ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ, ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। शुक्रिया जी, सारे सत श्री अकाल जी। ਕੀ ਹਾਲ ਚਾਲ, ਠੀਕ ਠਾਕ ਹੋ? हाँ जी। लो जी, नीतीश साहब ने बकवास किया है, बड़ा वड्डा लफ्ज होंदा है बकवास, कंगना दे बयान ते की कहना चाहोगे? अजीब जिहा माहौल है इस टाइम जो इंडिया देखिए तो सलमान खुर्शीद किताब लिखता है हिंदुत्व, राजनीतिक हिंदुत्व की तुलना वायरस नाल कर दिंदा, बड़ा बवाल है, ਉਹਦੇ ਕਰਕੇ ਹਮਲਾ ਹੋ ਜਾਂਦਾ ਹੈ। ਕਮਾਲ ਦੀ ਗੱਲ ਇਹ ਆ ਕਿ ਜਿਹੜੀ ਵੇਖਣ ਵਾਲੀ ਗੱਲ ਇਹ ਆ ਕਿ ਇੱਕ ਰੇਲ ਗੱਡੀ ਦੇ ਵਿੱਚ ਵੇਟਰਾਂ ਨੂੰ ਹਿੰਦੂ ਸਾਧੂਆਂ ਦੀ ਵੇਸ਼ਭੂਸ਼ਾ ਪਵਾ ਕੇ ਉਹਨਾਂ ਤੋਂ ਸਰਵ ਕਰਵਾਇਆ ਜਾਂਦਾ, ਕੋਈ ਬੋਲਦਾ। ਸਲਮਾਨ ਖੁਰਸ਼ੀਦ ਨੂੰ ਵੀ ਆਲੋਚਨਾ ਚਲੋ ਠੀਕ ਆ, ਉਹਦਾ ਹੱਕ ਆ, ਜੋ ਕਰੇ ਤਾਂ ਦੂਜਿਆਂ ਨੂੰ ਵੀ ਵਿਰੋਧ ਕਰਨ ਦਾ ਹੱਕ ਹੈ, ਪਰ ਆਹ ਗੱਲ ਨਹੀਂ ਕਿਸੇ ਦੇ ਘਰ 'ਚ ਵੜ ਕੇ, ਇਹ ਤਾਂ ਫਿਰ ਉਹਦੀ ਤੁਲਨਾ ਵੀ ਤੁਸੀਂ ਜਸਟੀਫਾਈਡ ਕਰ ਰਹੇ ਹੋ। ਅੱਛਾ, ਮਤਲਬ ਕਿ ਉੱਥੇ ਕੋਈ ਸੈਂਟੀਮੈਂਟ ਹਾਰਡ ਨਹੀਂ ਹੋ ਰਹੇ ਕਿਸੇ ਵੀ ਆਗੂ ਦੇ। ਬਾਕੀ ਇਤਿਹਾਸ ਜਿਹੜਾ ਉਹ ਵਿਚਾਰਾ ਨਾ ਕੁਰਲਾ ਰਿਹਾ ਹੋਏਗਾ ਇਸ ਦੌਰ ਦੇ ਵਿੱਚ ਪਹੁੰਚ ਕੇ ਕਿ ਜਦੋਂ ਬਹੁਤ ਕੁਛ ਹੋਰ ਕੀਤਾ ਜਾ ਸਕਦਾ ਸੀਗਾ ਤਾਂ ਉਹ ਐਸੇ ਬੰਦਿਆਂ ਦੇ ਹੱਥ ਆ ਗਿਆ। ਉਹ ਸਾਡੇ ਜਿਹੜੇ ਹੈਗੇ ਆ ਗ੍ਰਹਿ ਮੰਤਰੀ, ਉਹ ਮੇਰੇ ਖਿਆਲ ਦੇ ਨਾਲ ਹੋਰ ਹੀ ਚੰਨ ਚੜ੍ਹ ਗਏ। ਕਹਿੰਦੇ ਜੀ ਕਿ ਰਾਵਣ ਜਦੋਂ ਮਰ ਰਿਹਾ ਸੀ ਤੇ ਭਰਤ, ਮਤਲਬ ਕਿ ਰਾਮ ਜੀ ਦਾ ਭਰਾਤਾ ਜਿਹੜਾ ਭਰਤ ਹੈ, ਉਹ ਉਹਦੇ ਤੋਂ ਗਿਆਨ ਲੈ ਰਿਹਾ ਸੀ। ਉਹ ਤੇ ਯੁੱਧ ਦੇ ਵਿੱਚ ਹੀ ਆ ਨਹੀਂ ਸੀ ਮੇਰੇ ਖਿਆਲ। ਖੈਰ ਬਹੁਤ ਕੁਛ ਹੈ। ਚੰਦਰਗੁਪਤ ਮੌਰਿਆ ਤੋਂ ਕਹਿੰਦੇ ਕਿ ਸਿਕੰਦਰ ਹਾਰ ਗਿਆ ਸੀਗਾ, ਯੋਗੀ ਸਾਹਿਬ ਕਹਿੰਦੇ ਨੇ ਚੰਦਰਗੁਪਤ ਮੌਰਿਆ ਤੋਂ ਹਾਰ ਗਿਆ ਤੇ ਸਿਕੰਦਰ, ਉਹਦਾ ਨਾਂ ਜਿਹੜਾ ਇਤਿਹਾਸਕਾਰਾਂ ਨੇ ਬੇਈਮਾਨੀ ਦੇ ਨਾਲ ਕਿੰਨੀ ਸ਼ਾਲਾ, ਜਦ ਕਿ ਹਕੀਕਤ ਇਹ ਆ ਕਿ ਦੋਨਾਂ ਦੀ ਉਮਰ ਦੇ ਵਿੱਚ 16-17 ਸਾਲ ਦਾ ਫਰਕ ਸੀ। ਤੇ ਜਦ ਮਤਲਬ ਕਿ 16 ਸਾਲ ਦਾ ਸਿਕੰਦਰ ਸੀ, 32 ਸਾਲ ਦਾ ਤਾਂ ਮਰ ਗਿਆ ਸੀਗਾ। ਜਦੋਂ 16 ਸਾਲ ਦਾ ਸੀਗਾ ਤਾਂ ਉਦੋਂ ਤਾਂ ਆਪਦੀ ਸਿੱਖਿਆ ਸੁੱਖਿਆ ਲੈ ਰਿਹਾ ਸੀ। ਸੁੱਖਾ ਚਲੋ ਜੋ ਵੀ ਆ, ਇਹ ਸਾਰਾ ਕੁਝ ਚੱਲਦਾ। ਬਾਕੀ ਅੱਛਾ ਮਿੰਟੂ ਜੀ, ਇੱਕ ਗੱਲ ਬੜੀ ਵਧੀਆ, ਜਦੋਂ ਤੁਸੀਂ ਅੰਕੜਿਆਂ ਦੇ ਹਿਸਾਬ ਦੇ ਨਾਲ, ਤੱਥਾਂ ਦੇ ਹਿਸਾਬ ਦੇ ਨਾਲ, ਡੇਟ ਅਤੇ ਤਰੀਕਾਂ ਦੇ ਹਿਸਾਬ ਦੇ ਨਾਲ ਵੀ ਕਿਸੇ ਸਾਹਮਣੇ ਜਦੋਂ ਡਿਸਕਸ ਕਰਦੇ ਹੋ ਨਾ, ਤੁਸੀਂ ਅੱਗੇ ਰੱਖ ਦਿੰਦੇ ਹੋ ਨਾ, ਤਾਂ ਉਹ ਲਕੀਰ ਇਹ ਮਾਰਦੇ ਨੇ। ਪਤਾ ਨਹੀਂ ਕਿੱਥੋਂ ਟ੍ਰੇਨਿੰਗ ਮਿਲੀ ਆ, ਕੀ ਇਹਨਾਂ ਦੇ ਅੰਦਰ ਨਾ, ਕੀ ਦਿਮਾਗ ਦੇ ਵਿੱਚ ਉਹ ਕੀ ਕਹਿੰਦੇ ਕਿ ਮਤਲਬ ਸਾਡੇ ਭਰਿਆ ਹੋਇਆ ਵੀ ਨਾ। ਮੈਂ ਦੱਸਦਾ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਇੱਕ ਬਹੁਤ ਵੱਡਾ ਤਬਕਾ ਇਹਨਾਂ ਦੇ ਮਗਰ ਲੱਗਾ ਹੋਇਆ, ਉਹ ਸੁਣਨਾ ਹੀ ਉਹ ਕੁਛ ਚਾਹੁੰਦੇ। ਮਤਲਬ ਕਿ ਉਹਨਾਂ ਦੀ ਸਹਿਨੀਅਤ, ਉਹਨਾਂ ਦੀ ਕੈਫੀਅਤ ਹੀ ਏਦਾਂ ਦੀ ਹੋ ਗਈ ਆ ਕਿ ਸਾਹਮਣੇ ਕੁਛ ਖਲਨਾਇਕ ਖੜੇ ਕਰ ਦਿੱਤੇ ਗਏ। ਠੀਕ ਹੈ ਜੀ। ਹੁਣ ਜਿੱਦਾਂ ਚਲੋ ਆਪਾਂ ਕੰਗਣਾ ਤੇ ਗੱਲ ਕਰਦੇ ਹਾਂ, ਉਹਨੇ ਨੀਤੀਸ਼ ਨੂੰ ਕੰਡੈਮ ਕੀਤਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਵਾ। ਅੱਛਾ, ਕੰਗਨਾ ਨੂੰ ਉਹਨੇ ਕਹਿਤਾ, ਮਨੀ ਸ਼ੰਕਰ ਅਈਅਰ ਦਾ ਵੀ ਇੱਕ ਬਿਆਨ ਆਇਆ ਕੱਲ, ਉਹਨੇ ਅੱਗੇ ਇਹਨਾਂ ਦੀ ਰਿੱਧੀ ਖੀਰ ਚ ਖੇ ਪਾਈ ਸੀਗੀ ਗੁਜਰਾਤ, ਤੁਹਾਨੂੰ ਪਤਾ ਹੋਏਗਾ ਸ਼ਾਇਦ। ਕੱਲ ਵੀ ਉਹਨੇ ਮੁਗਲਾਂ ਨੂੰ ਪ੍ਰੇਰ ਕੀਤਾ ਤੇ ਉਹਦੇ ਤੇ ਹੱਲਾ ਹੋਏਗਾ ਹੀ ਹੋਏਗਾ। ਉਹ ਗੋਲਬੰਦੀ ਬਣਦੀ ਜਾ ਰਹੀ ਆ। ਪਰ ਇੱਕ ਚੀਜ਼ ਤੁਸੀਂ ਦੇਖੋ, ਹੁਣ ਗੱਲ ਜਿਹੜੀ ਆ ਉਹ ਚਲੋ ਤੁਰੀ ਆ, ਗੱਲ ਕਿਸੇ ਹੋਰ ਪਾਸੇ ਨੂੰ ਨਿਕਲ ਗਈ। ਕੰਗਨਾ ਰਣੌਤ ਕੀ ਕਹਿ ਰਹੀ ਆ? ਕੰਗਨਾ ਰਣੌਤ ਜੋ ਕਹਿ ਰਹੀ ਆ ਉਹ ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਨੇ। ਮਤਲਬ ਕਿ ਨਹਿਰੂ, ਗਾਂਧੀ, ਇਹ ਸਭ ਕੁਛ ਨਹੀਂ ਹੈ, ਇਹ ਸਭ ਕੁਛ ਨਹੀਂ ਹੈ। ਸਾਵਰਕਰ ਆਜ਼ਾਦੀ ਦੀ ਲੜਾਈ ਦਾ ਹੀਰੋ ਸੀਗਾ, ਇਹ ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਨੇ। ਕੰਗਨਾ ਰਣੌਤ ਕਹਿ ਰਹੀ, ਸਕ੍ਰਿਪਟਡ ਹੀ ਹਨ ਇਹ ਚੀਜ਼ਾਂ, ਨੈਰੇਟਿਵ ਜਿਹੜੇ ਬਣਾਏ ਜਾਂਦੇ ਸਕ੍ਰਿਪਟਡ ਹੀ ਹੁੰਦੇ ਆ। ਹੁਣ ਗੱਲ ਇਹ ਆ ਕਿ ਉਹ ਕਿੱਡੀ ਚਲਾਕੀ ਦੇ ਨਾਲ, ਤੇ ਵੈਸੇ ਉਹ ਬੇਵਕੂਫਾਨਾ ਤਰੀਕਾ ਹੈ। ਜੇ ਤੁਸੀਂ ਮਾੜਾ ਜਿਹਾ ਵੀ ਇਤਿਹਾਸ ਤੋਂ ਵਾਕਫ ਹੋਵੋ ਤਾਂ ਤੁਸੀਂ ਜਦੋਂ ਹੀ ਉਹ ਚਲਾਕੀ ਫੜ ਲਓਗੇ। ਹੁਣ ਉਹ ਬੀਬੀ ਕੀ ਕਹਿ ਰਹੀ ਹੈ? ਉਹ ਕਹਿ ਰਹੀ ਹੈ ਕਿ ਆਜ਼ਾਦੀ ਭੀਖ ਚ ਮਿਲੀ ਹੋਈ ਹੈ। ਤੇ ਉਸ ਤੋਂ ਬਾਅਦ ਜਦੋਂ ਵਰੁਣ ਗਾਂਧੀ ਦਾ ਇੱਕ ਜਵਾਬ ਆਉਂਦਾ ਹੈ, ਵਰੁਣ ਗਾਂਧੀ ਇਸ ਨੂੰ ਬਹੁਤ ਜ਼ਿਆਦਾ ਕਠੋਰ ਸ਼ਬਦਾਂ ਦੇ ਨਾਲ ਨਿੰਦਦੇ ਆ, ਤਾਂ ਬੀਬੀ ਫਿਰ ਦੁਬਾਰਾ ਇੱਕ ਟਵੀਟ ਕਰਦੀ ਹੈ। ਨਹੀਂ, ਟਵੀਟਰ ਤੇ ਸੱਚ ਸਸਪੈਂਡ ਆ ਮੇਰੇ ਖਿਆਲ ਦੇ ਨਾਲ, ਉਹ ਇੰਸਟਾ ਤੇ ਪਾਉਂਦੀ ਹੈ।
ਉਹ ਕਹਿੰਦੀ ਹੈ ਕਿ ਮੈਂ ਬਿਲਕੁਲ ਸਾਫ਼ ਕਿਹਾ ਕਿ 1857 ਦੀ ਕ੍ਰਾਂਤੀ ਪਹਿਲਾ ਸੁਤੰਤਰਤਾ ਸੰਗਰਾਮ ਸੀ ਜਿਹਨੂੰ ਦਬਾ ਦਿੱਤਾ ਗਿਆ। ਇਹਦੇ ਪ੍ਰਣਾਮ ਸਰੂਪ ਅੰਗਰੇਜ਼ਾਂ ਦੇ ਜ਼ੁਲਮ ਤੇ ਕਰੂਰਤਾ ਹੋਰ ਵੀ ਵੱਧ ਗਏ। ਕਰੀਬ 1 ਸਦੀ ਬਾਅਦ ਸਾਨੂੰ ਗਾਂਧੀ ਨੇ ਭੀਖ ਦੇ ਕਟੋਰੇ ਚ ਆਜ਼ਾਦੀ ਦੇ ਦਿੱਤੀ। ਉਹ ਦੁਬਾਰਾ ਰਿਪੀਟ ਕਰ ਲਿਆ ਇਹਨੂੰ ਲਿਆ ਕੇ ਗਾਂਧੀ ਨੂੰ। ਹੁਣ ਉਹ ਇੱਕ ਚੀਜ਼ ਹੋਰ ਇੱਥੇ ਪ੍ਰਸ਼ਨ ਦੇ ਰੂਪ ਚ ਖੜਾ ਕਰਦੀ ਹੈ ਕਿ ਭਗਤ ਸਿੰਘ ਨੂੰ ਬਚਾਉਣ ਵਾਸਤੇ ਗਾਂਧੀ ਨੇ ਕੀ ਕੀਤਾ। ਆ ਜਾਓ ਹੁਣ ਜੇ ਤੁਸੀਂ ਇਤਿਹਾਸ ਦੇ ਪਰਪੇਖ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ ਨਿਚੋੜੋਗੇ, ਪਹਿਲੀ ਗੱਲ ਤੇ ਇਹ ਆ ਕਿ 1857 ਦੀ ਜਿਹੜੀ ਕ੍ਰਾਂਤੀ ਹੈ ਉਹਦੇ ਵਿੱਚ ਸਾਊਥ ਵਾਲੇ ਜਿਹੜੇ ਰਾਜੇ ਸੀਗੇ, ਸਾਊਥ ਵਾਲੇ ਰਾਜੇ ਤੇ ਸ਼ਾਂਤ ਸੀਗੇ, ਬਿਲਕੁਲ ਲੜੇ ਨਹੀਂ ਹੋ ਨਾ ਉਧਰ ਨਾ ਉਧਰ। ਜਿਹੜੇ ਨਾਰਥ ਵਾਲੇ ਸੀ ਇੱਧਰ ਖਾਸ ਤੌਰ ਤੇ ਜੇ ਆਪਾਂ ਦੇਖੀਏ ਨਾਰਥ ਵਾਲੀ ਸਾਈਡ ਤੇ ਆਦੇ ਸਿੱਖ ਉਲਟ ਸੀਗੇ ਕਿਉਂਕਿ ਉਹਨਾਂ ਦਾ ਰਾਜ ਭੱਗ ਗਿਆ ਸੀਗਾ। ਠੀਕ ਹੈ। ਅੱਛਾ, ਲੜਾਈ ਕੌਣ ਲੜ ਰਹੇ ਸਨ? ਲੜਾਈ ਲੜ ਰਹੇ ਸਨ ਰਾਜੇ, ਰਿਆਸਤੀ ਰਾਜੇ ਲੜ ਰਹੇ ਸਨ। ਮੰਨ ਲਓ ਲੜਾਈ ਮੇਰਾ ਆਪਣਾ ਵਿਜ਼ਨ ਇਹ ਹੋ ਸਕਦਾ ਤੁਹਾਡੇ ਚ ਕੋਈ ਸਿਆਣਾ ਕਲਰ ਕਰਕੇ ਰੌਂਗ ਵੀ ਸਾਬਤ ਕਰ ਦੇ। ਮੇਰਾ ਆਪਣਾ ਵਿਜ਼ਨ ਇਹ ਆ ਕਿ ਰਾਜੇ ਜਿਹੜੇ ਲੜ ਰਹੇ ਸਨ ਉਹਨਾਂ ਦੇ ਵਿੱਚੋਂ ਮਤਲਬ ਕਿ ਅੱਧੇ ਅੰਗਰੇਜ਼ਾਂ ਦੇ ਨਾਲ, ਅੱਧੇ ਦੂਜੇ ਪਾਸੇ। ਬਿਲਕੁਲ। ਔਰ ਲక్ష్ਮੀ ਬਾਈ ਦੀ ਕੀ ਮੰਗ ਸੀ ਕਿ ਮੇਰਾ ਰਾਜ ਛੱਡ ਦਿਓ, ਬਾਹਰ ਹੋ ਤੁਸੀਂ ਜੋ ਮਰਜ਼ੀ ਕਰੀ ਜਾਓ। ਅੱਛਾ, ਜਿਹੜੇ ਆਪੋ ਆਪਣੇ ਰਾਜ ਲਈ ਲੜ ਰਹੇ ਸੀ ਉੱਥੇ ਇੰਡੀਆ ਦਾ ਤਾਂ ਮਸਲਾ ਹੀ ਨਹੀਂ ਸੀਗਾ ਉਸ ਟਾਈਮ। ਬਿਲਕੁਲ 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 ਬਿਲਕੁਲ। ਅੱਛਾ ਜਿਹੜੇ ਰਿਆਸਤੀ, ਮੈਂ ਇਹ ਸੋਚਦਾ ਜੇ ਮੰਨ ਲਓ ਜੱਜ ਜਿੱਤ ਵੀ ਜਾਂਦੇ ਕਿ ਉਹ ਇੱਕ ਡੈਮੋਕ੍ਰੈਟਿਕ ਜਾਂ ਇਸ ਤਰ੍ਹਾਂ ਦਾ ਦੇਸ਼ ਜਿਹੜਾ ਆਪਾਂ US ਦੇਖਦੇ ਹਾਂ ਜਾਂ ਇੰਡੀਆ ਦੇਖਦੇ ਹਾਂ, ਇਸ ਤਰ੍ਹਾਂ ਦਾ ਦੇਸ਼ ਬਣਾ ਪਾਉਂਦੇ ਨਾ ਤੇ ਫਿਰ ਲੜ ਪੈਣਾ ਸੀ। ਸੋ ਸਵਾਲ ਬਹੁਤ ਵੱਡਾ। ਔਰ ਦੂਜੀ ਗੱਲ ਹੈ ਜੇ 1857 ਦੀ ਸੰਪੂਰਨ ਕ੍ਰਾਂਤੀ ਤੁਸੀਂ ਮੰਨ ਲੈਂਦੇ ਹੋ ਤੇ ਤੁਸੀਂ ਕਹਿ ਰਹੇ ਕਿ ਬਿਲਕੁਲ ਅਸਲੀ ਲੜਾਈ ਤਾਂ ਉਹ ਸੀ, ਫਿਰ ਕੰਗਣਾ ਰਣੌਤ ਆਪਣੀ ਵਿਚਾਰਧਾਰਾ ਚ ਬਹੁਤ ਬੁਰੀ ਤਰ੍ਹਾਂ ਉਲਝ ਜਾਂਦੀ ਕਿਉਂਕਿ ਉਸ ਲੜਾਈ ਦੇ ਵਿੱਚ ਮੁਸਲਮਾਨਾਂ ਦਾ ਬਹੁਤ ਵੱਡਾ ਰੋਲ ਸੀ। ਬਹਾਦਰ ਸ਼ਾਹ ਜ਼ਫਰ ਨੂੰ ਤਾਂ ਉਹਨਾਂ ਨੇ ਆਗੂ ਬਣਾਤਾ ਸੀਗਾ, ਜੀ ਜੀ ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਅਦ ਹੀ ਉਹਨੂੰ ਫਿਰ ਰੰਗੂਨ ਭੇਜਿਆ ਗਿਆ ਸੀਗਾ ਨਾ। ਇੱਕੋ ਦਿਨ 22,000 ਮੁਸਲਮਾਨਾਂ ਨੂੰ ਫਾਂਸੀ ਦਿੱਤੀ ਗਈ ਸੀ ਜਦੋਂ ਫੜੇ ਗਏ। ਇੱਕੋ ਦਿਨ 22,000 ਮੁਸਲਮਾਨਾਂ। ਉਹ ਲੜਾਈ ਲੜਨ ਵਾਲਿਆਂ ਦੇ ਵਿੱਚ ਬੇਗਮ ਹਜ਼ਰਤ ਮਹਿਲ ਕੌਣ ਸੀ ਇਹਨੂੰ ਪੁੱਛੋ। ਬੇਗਮ ਹਜ਼ਰਤ ਮਹਿਲ ਕੌਣ ਸੀ? ਬਖਤ ਖਾਨ ਕੌਣ ਸੀ? ਬਖਤ ਖਾਨ ਜਿਹੜਾ ਲੜ ਰਿਹਾ ਸੀਗਾ। ਅਸਮ ਬੇਕੌਫ, ਇਹਨਾਂ ਨੂੰ ਪਤਾ ਹੀ ਨਹੀਂਗਾ ਇਹਨਾਂ ਚੀਜ਼ਾਂ। ਤਾਂ ਕਹਿਣ ਦਾ ਮਤਲਬ ਇਹ ਕਿ ਫਿਰ ਤੁਸੀਂ ਉਹਨਾਂ ਨੂੰ ਇੱਥੋਂ ਦੇ ਵਸਿੰਦੇ ਕਿਉਂ ਨਹੀਂ ਮੰਨਦੇ? ਜੇ ਤੁਸੀਂ ਇਹ ਮੰਨਦੇ ਹੋ, ਤੁਸੀਂ ਤਾਂ ਕਹਿੰਦੇ ਹੋ ਕਿ ਇੰਡਾਇਰੈਕਟ ਵੇ ਨਾਲ ਤੇ ਇਹੀ ਕਹਿੰਦੇ ਆ ਨਾ ਕਿ ਜਿਹੜੇ 80% ਨੇ ਉਹੀ ਇਸ ਦੇਸ਼ ਦੇ ਅਸਲ ਵਾਸੀ, ਉਹੀ ਇਸ ਦੇਸ਼ ਦੇ ਕਹਿ ਲਓ ਕਿ ਰਾਸ਼ਟਰਵਾਦੀ ਨੇ, ਬਾਕੀ ਤਾਂ ਹਮਲਾਵਰ ਨੇ। ਆਹੀ ਗੱਲ ਕਹਿੰਦੇ ਨਾ ਤਾਂ ਚੌਂਕੇ। ਤਾਂ ਉਹਨਾਂ ਨੇ ਜਿਹੜਾ ਰੋਲ ਅਦਾ ਕੀਤਾ ਉਹਨੂੰ ਤੁਸੀਂ ਨੈਗਲੈਕਟ ਕਿਵੇਂ ਕਰੋਗੇ? ਕਦੇ ਕਦੇ ਖੁੱਲ ਕੇ ਪ੍ਰਵਾਨ ਕਰੋ। ਫਿਰ ਜੇ ਤੁਸੀਂ ਇਹ ਪ੍ਰਵਾਨ ਕਰਦੇ ਹੋ ਕਿ ਉਹ ਲੜਾਈ ਅਸਲ ਦੇ ਵਿੱਚ ਅਸਲੀ ਲੜਾਈ ਸੀ ਆਜ਼ਾਦੀ ਦੀ, ਤਾਂ ਫਿਰ ਉਸ ਲੜਾਈ ਦੇ ਹੀਰੋ ਬਗਾਨੇ ਕਿਉਂ? ਬਹੁਤ ਵੱਡਾ ਸਵਾਲ ਹੋਏਗਾ, ਵਿਚਾਰਧਾਰਕ ਸਵਾਲ ਹੋਏਗਾ। ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ 'ਚ ਜੇ ਤੁਸੀਂ ਦੇਖੋਗੇ ਕਿ 1857 ਠੀਕ ਹੈ ਉਹਨਾਂ ਦਬਾ ਦਿੱਤਾ, ਉਸ ਤੋਂ ਬਾਅਦ ਉਹਨਾਂ ਨੇ ਹਿੰਦੂ ਮੁਸਲਮਾਨ ਦਾ ਇੱਕ ਬਹੁਤ ਵੱਡਾ ਪਾਟਕ ਖੜਾ ਕੀਤਾ ਅੰਗਰੇਜ਼ਾਂ ਨੇ, ਗੋਰਿਆਂ ਨੇ। ਜੀ 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 ਜੀ। ਉੱਥੋਂ ਹੀ ਨਫ਼ਰਤ ਦੇ ਬੀਜ ਬੀਜੇ ਜਾਂਦੇ। ਜੇ ਤੁਸੀਂ ਵੈਸੇ ਤਾਂ ਦਾਰਾ ਸ਼ਿਕੋਹ ਦੀ ਹਾਰ ਦੇ ਨਾਲ ਹੀ ਇੰਡੀਆ ਵੰਡ ਵਗੈਰਾ ਸਭ ਕੁਛ ਕਹਿ ਲਓ ਕਿ ਤੈਅ ਹੋ ਗਿਆ ਸੀ। ਦਾਰਾ ਸ਼ਿਕੋਹ ਜਦੋਂ ਔਰੰਗਜ਼ੇਬ ਤੋਂ ਹਾਰ ਜਾਂਦਾ, ਆਪਣੇ ਭਰਾ ਤੋਂ ਸਕੇ ਤੋਂ ਹਾਰ ਜਾਂਦਾ ਨਿੱਕੇ ਤੋਂ, ਤਾਂ ਉਦੋਂ ਤੈਅ ਹੋ ਗਿਆ ਸੀਗਾ ਕਿ ਗਾਂ ਕੀ ਹੋਣਾ। ਤਾਂ ਇੱਥੇ ਆ ਕੇ ਅੰਗਰੇਜ਼ਾਂ ਨੇ ਉਹਨੂੰ ਹੋਰ ਵੀ ਜ਼ਿਆਦਾ ਗਾੜਿਆ ਕਰ ਦਿੱਤਾ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਫਿਰ ਜਿਹੜੀਆਂ ਉਸ ਤੋਂ ਬਾਅਦ ਭਗਤ ਸਿੰਘ ਹੋਰਾਂ ਦੀਆਂ ਕਾਰਵਾਈਆਂ ਸੀ, ਊਧਮ ਸਿੰਘ ਹੋਰਾਂ ਦਾ ਬਦਲਾ ਸੀ, ਸਰਾਭੇ ਦਾ ਜਿਹੜਾ ਰੋਲ ਸੀ, ਉਹ ਐਕਸ਼ਨ ਤੁਸੀਂ ਕੀ ਤੁਸੀਂ ਨਹੀਂ ਜਾਣਦੇ ਕਿ ਆਜ਼ਾਦੀ ਲਈ ਹੋਏ ਨਹੀਂ 1857 ਤੋਂ ਬਾਅਦ ਕਿ ਉਹ ਐਕਸ਼ਨ ਜਿਹੜੇ ਆ ਉਹ ਤੁਸੀਂ ਬਿਲਕੁਲ ਨੈਗੇਟ ਕਰ ਦੋਗੇ। ਫਿਰ ਉਸ ਤੋਂ ਬਾਅਦ ਚੰਪਾਰਨ ਸੱਤਿਆਗ੍ਰਹਿ, ਜੋ ਲੜਾਈਆਂ, ਭਾਰਤ ਛੱਡੋ ਅੰਦੋਲਨ, ਡਾਂਡੀ ਮਾਰਚ, ਨਮਕ ਵਾਲਾ ਮੋਰਚਾ, ਚੰਪਾਰਨ ਦਾ ਮੋਰਚਾ, ਚੌਰਾ ਚੌਰੀ ਕਾਂਡ, ਕਿੰਨੇ ਨੇ ਮੈਂ ਹਿਸਟਰੀ ਚ ਪੜ੍ਹੇ। ਜੀ ਜੀ ਜੀ। ਤੁਸੀਂ ਲਿੰਕ ਮਾਰ ਦੋਗੇ। ਇਹਦਾ ਮਤਲਬ ਹੈ ਕਿ ਉਹ ਆਪਣੇ ਲਈ ਲੜ ਰਹੇ ਸੀਗੇ। ਚੰਦਰ ਸ਼ੇਖਰ ਆਜ਼ਾਦ ਉਹ ਆਪਣੇ ਲਈ ਲੜ ਰਹੇ ਸੀਗੇ।
ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ। ਪਰ ਮੈਂ ਜਿਵੇਂ ਕਿਹਾ ਕਿ ਇੱਕ ਕੈਫੀਅਤ ਇਸ ਤਰ੍ਹਾਂ ਦੀ ਬਣਾਈ ਗਈ ਹੈ ਮੁਆਸ਼ਰੇ ਦੇ ਵਿੱਚ, ਜਿਹਦੇ 'ਚ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਆਨੰਦਦਾਇਕ ਲੱਗ ਰਹੀਆਂ ਨੇ, ਕਿਉਂਕਿ ਕੱਲ ਤੁਸੀਂ ਵੇਖੋ ਗੌਡ ਸੇ ਅਮਰ ਰਹੇ ਟ੍ਰੈਂਡ ਕੀਤਾ ਟਵਿੱਟਰ ਤੇ। ਮਸਲਾ ਇਹ ਆ ਕਿ ਜਿਹੜੀ ਤੁਸੀਂ ਹਿਸਟਰੀ ਦੱਸੀ ਆ, ਜੇ ਇਹਦੇ ਵਿੱਚ ਲਾਗੇ ਵੀ ਕਿਤੇ ਉੜਾੜਾ ਵੀ ਕਿਤੇ ਕੰਗਣਾ ਨੇ ਪੜਿਆ ਹੁੰਦਾ ਨਾ, ਤੇ ਇਹ ਬਿਆਨ ਦੇਣ ਤੋਂ 1000 ਵਾਰ ਸੋਚਦੀ ਗੱਲ ਤੇ ਆ ਨਾ ਵੀ ਕੌਣ ਆਖੇ। ਇੱਕ ਚੀਜ਼ ਹੋਰ, ਇੱਕ ਚੀਜ਼, ਇੱਕ ਮਿੰਟ ਲਵਾਂਗਾ। ਹੁਣ ਦੇਖੋ ਸਾਡੇ ਹਿਸਟੋਰੀਅਨ ਵੀ ਪਤਾ ਨਹੀਂ ਕਿਉਂ ਡਰੇ ਦੁੱਖੇ ਜੇ ਥੋੜੇ ਪਏ ਆ। ਭਗਤ ਸਿੰਘ ਦਾ ਜਿੱਥੇ ਤੱਕ ਇਹਨੇ ਮਸਲਾ ਚੁੱਕਿਆ, ਹੁਣ ਦੇਖੋ ਇੱਕ ਨੈਰੇਟਿਵ ਹੈ, ਔਰ ਆਪਣੇ ਪੰਜਾਬੀ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਆ, ਉਲਝੇ ਜਾਂਦੇ ਆ। ਆਪਾਂ ਨੂੰ ਇਹ ਸਿਖਾਇਆ ਗਿਆ ਬਚਪਨ ਤੋਂ ਹੀ, ਮੈਨੂੰ ਖੁਦ ਨੂੰ ਮੈਨੂੰ ਇਹ ਸੁਣਨ ਨੂੰ ਮਿਲਿਆ ਸੀਗਾ ਕਿ ਗਾਂਧੀ ਨੇ ਭਗਤ ਸਿੰਘ ਨੂੰ ਬਚਾਉਣ ਵਾਸਤੇ ਕੁਛ ਨਹੀਂ ਕੀਤਾ, ਪਰ ਮਤਲਬ ਕਿ ਉਹ ਰਾਜ ਕਰਨਾ ਚਾਹੁੰਦੇ ਸੀਗੇ, ਪਰ ਮੈਂ ਨਹੀਂ। ਮੈਂ ਠੀਕ ਹੈ, ਭਗਤ ਸਿੰਘ ਸਾਡੇ ਇੱਥੇ ਸਾਡੀ ਮਿੱਟੀ ਦੇ ਜਾਏ ਸੀਗੇ, ਸਾਡੇ ਆਈਡੀਆ ਲਿਆ, ਆਪਣੇ ਪੱਧਰ ਤੇ ਖੋਜ ਕੀਤੀ। ਅੱਜ ਕੀ ਹੈ ਕਿ ਤੁਹਾਨੂੰ ਆਨ ਰਿਕਾਰਡ ਮਿਲ ਜਾਏਗਾ, ਆਨ ਰਿਕਾਰਡ ਮਿਲ ਜਾਏਗਾ ਤੁਹਾਨੂੰ ਕਿ ਮਹਾਤਮਾ ਗਾਂਧੀ ਨੇ ਕੋਸ਼ਿਸ਼ਾਂ ਕੀਤੀਆਂ। CWG ਦੇ ਵਿੱਚ ਡਾਕੂਮੈਂਟ ਪਏ ਆ, ਤੁਸੀਂ ਦੇਖ ਸਕਦੇ ਹੋ। 52 ਨੰਬਰ ਅਧਿਆਏ ਆ, 155 ਨੰਬਰ ਪੇਜ ਆ। 21 ਫਰਵਰੀ ਨੂੰ ਲੈਟਰ ਲਿਖਿਆ ਗਿਆ ਲਾਰਡ ਆਇਰਵਿਨ ਨੂੰ ਕਿ ਭਾਈ ਭਗਤ ਸਿੰਘ ਬਹਾਦਰ ਵਿਅਕਤੀ, ਹਾਲਾਂਕਿ ਸਾਡੇ ਵਿਚਾਰ ਵੱਖਰੇ, ਉਹਦੇ ਵਿਚਾਰ ਵੱਖਰੇ ਆ, ਪਰ ਉਹ ਬਹਾਦਰ ਵਿਅਕਤੀ ਆ। ਉਹ ਜੋ ਕੀਤਾ ਠੀਕ ਹੈ, ਗਲਤ ਹੋ ਸਕਦਾ, ਪਰੰਤੂ ਮ੍ਰਿਤੂ ਦੰਡ ਹੈ ਜਿਹੜਾ ਉਹ ਬੰਦੇ ਦੀ ਸੁਧਾਰ ਦੀ ਗੁੰਜਾਇਸ਼ ਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਜੇ ਇਹਨੂੰ ਫਾਂਸੀ ਦੇਵੋਗੇ ਤਾਂ ਉਤਲ ਪੁਤਲ ਮਚਣੀ ਨਹੀਂ ਪਏਗਾ। ਔਰ ਲਾਰਡ ਆਇਰਵਿਨ ਦੀ ਇੱਕ ਲਿਖਤ VN ਦੱਤ ਦੀ ਪੁਸਤਕ ਹੈ ਭਗਤ ਸਿੰਘ ਐਂਡ ਗਾਂਧੀ, ਉਹਦੇ ਵਿੱਚ ਦਰਜ ਹੈ ਜਿੱਥੇ ਲਾਰਡ ਆਇਰਵਿਨ ਨੇ ਮੰਨਿਆ ਕਿ ਹਾਂ ਮੰਗ ਕੀਤੀ ਗਈ ਹੈ, ਮਹਾਤਮਾ ਗਾਂਧੀ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਸਾਡੀ ਗੱਲਬਾਤ ਟੁੱਟ ਜਾਏਗੀ, ਫਾਂਸੀ ਦਿਓਗੇ ਤਾਂ ਸਾਡੀ ਗੱਲਬਾਤ ਟੁੱਟ ਜਾਊਗੀ, ਪਰ ਅਸੀਂ ਜਵਾਬ ਦੇ ਦਿੱਤਾ ਕਿ ਭਾਈ ਇਹ ਸੰਭਵ ਹੈ। ਉਹਦਾ ਇੱਕ ਰੀਜ਼ਨ ਇਹ ਸੀਗਾ, ਕਾਰਨ ਇਹ ਸੀ ਨਾ ਤਾਂ ਭਗਤ ਸਿੰਘ ਚਾਹੁੰਦਾ ਸੀ ਕਿ ਮੈਂ ਬਚਾ, ਮੈਂ ਕੋਈ ਰਹਿਣ ਲਵਾਂ। ਸੈਕੰਡ ਚੀਜ਼ ਇਹ ਸੀਗੀ ਕਿ ਜਦੋਂ ਤੁਸੀਂ ਉਸ ਟਾਈਮ ਦੇ ਅਖਬਾਰ ਵਗੈਰਾ ਦੇਖੋਗੇ ਤਾਂ ਪੰਜਾਬ ਦੇ ਅੰਦਰ ਜਿਹੜੇ ਅਹਿਲਕਾਰ ਸਨ, ਜਿਹੜੇ ਇਹਨਾਂ ਦੇ ਅਧਿਕਾਰੀ ਸਨ, ਉਹ ਬਹੁਤ ਖਫਾ ਸੀ। ਔਰ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਸੀਗੇ ਉਸ ਟਾਈਮ ਤਿਆਰ ਸੀਗੇ ਕਿ ਅਸੀਂ ਅਸਤੀਫੇ ਦੇ ਦਿੰਦੇ ਹਾਂ। ਇਹ ਬੜਾ ਵੱਡਾ ਦਬਾਅ ਸੀਗਾ। ਸੋ ਇਹ ਚੀਜ਼ਾਂ ਨੇ ਕਿ ਦੇਖੋ ਬਹੁਤ ਕਾਮਨ ਸੈਂਸ ਦੀ ਗੱਲ ਹੈ ਕਿ ਭਗਤ ਸਿੰਘ ਵਾਲਾ ਮੁੱਦਾ ਕਿਵੇਂ ਖੜਾ ਕਰ ਦਿੱਤਾ ਕੰਗਨਾ ਰਣੌਤ ਨੇ, ਕਿਵੇਂ ਕਰੋ ਗੱਲ। ਵੱਡੀ ਮੇਰੀ ਵੀ ਮੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ, ਨਹੀਂ ਕਿ ਮੈਂ ਕਿਸੇ ਨਾਲ ਮੱਥਾ ਮਾਰਾ, ਨਾ ਮੇਰੀ ਪਹੁੰਚ ਹੈ। ਤੇ ਜੇ ਤੁਸੀਂ ਆਹ ਚੀਜ਼ਾਂ ਲੱਭ ਸਕਦੇ ਹੋ ਤਾਂ ਕੌਮੀ ਪੱਧਰ ਤੇ ਇਹਨਾਂ ਚੀਜ਼ਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ? ਜੇ ਦਿੱਤਾ ਜਾ ਰਿਹਾ ਤਾਂ ਕੋਈ ਸੁਣ ਕਿਉਂ ਨਹੀਂ ਰਿਹਾ? ਇਹ ਬੜਾ ਸੰਕਟ ਹੈ ਵੱਡਾ ਜੀ। ਵਾਇਸ ਆਫ ਸਿਟੀ 1320 ਕੱਲ ਨੂੰ ਬਾਲੇ ਸ਼ਹੀਦ ਤੁਹਾਡਾ ਸੂਰਜ ਉਦੈ ਹੋ ਚੁੱਕਾ ਹੈ। ਸਰਦਾਰ ਕਰਤਾਰ ਸਿੰਘ ਸਰਾਭਾ ਹੋਣਾ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ ਉਹਨੇ ਇੱਕ ਅੰਗਰੇਜ਼ ਗੋਰੀ ਨੇ ਉਹਨੂੰ ਸਿਰਫ ਇੱਕ ਬੋਲ ਮਾਰੇ ਸੀਗੇ, ਹਨਾ, ਬੋਲ, ਤੇ ਉਸ ਬੋਲ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਉਹ ਜਾ ਕੇ ਦੇਸ਼ ਦੀ ਆਜ਼ਾਦੀ ਲਈ ਛੋਟੀ ਉਮਰ ਦਾ ਇੱਕ ਗਦਰੀ ਬਾਬਾ ਜਿਹੜਾ ਸੀਗਾ, ਗਦਰੀ ਬਾਬਿਆਂ ਦੇ ਇਤਿਹਾਸ ਨੂੰ ਤੁਸੀਂ ਭੁੱਲ ਜਾਓ। ਇਹਨੂੰ ਕਹਿ ਅਮਿਤਾਭ ਬੱਚਨ ਵਾਲੀ ਫਿਲਮ ਵੇਖ ਲਾ ਜਿੱਥੇ ਲਿਖਿਆ ਸੀਗਾ ਕਿ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਊਡ। ਉਹਨਾਂ ਨੂੰ ਕਿਵੇਂ ਫਿਰ ਮਤਲਬ ਕਿਸ ਤਰੀਕੇ ਦੇ ਨਾਲ ਮੂੰਹ ਤੋੜਵਾਂ ਜਵਾਬ ਦਿੱਤਾ ਉਸ ਵਕਤ ਦੇ ਯੋਧਿਆਂ ਨੇ। ਤੂੰ ਉਹਨੂੰ ਕਹਿੰਦੀ ਕਿ ਆਜ਼ਾਦੀ ਮਿਲੀ ਹੈ ਤੇ ਭੀਖ 'ਚ ਮਿਲੀ। ਖੈਰ ਨਹੀਂ ਵੇ, ਮੇਰੇ ਨਾਲ ਕਾਲਰ ਨੇ, ਕਾਫੀ ਲੰਬਾ ਤੁਸੀਂ ਇਤਿਹਾਸ ਦੱਸ ਦਿੱਤਾ, ਪਰ ਇਸੇ ਨੇ ਪੜ੍ਹਿਆ ਹੋਵੇ ਤੇ ਫੇਰ ਹੈ ਨਾ ਵੀ ਆਜ਼ਾਦੀ ਮਿਲੀ ਕਿਵੇਂ ਆ। ਇਹ ਤਾਂ ਉਹ ਕਾਲੇ ਪਾਣੀਆਂ ਦੀਆਂ ਜਿਹੜੀਆਂ ਜੇਲ੍ਹਾਂ ਨੇ ਉੱਥੇ ਵੀ ਇਤਿਹਾਸ ਹੋਰ ਹੀ ਕੁਝ ਲਿਖਿਆ ਜਾ ਰਿਹਾ। ਆਪਾਂ ਅਗਲੀ ਕਾਲ ਲੈ ਲੈਂਦੇ। ਉੱਥੇ ਜਾ ਕੇ ਵੀ ਪਾਵਰ ਕਰਦੀ ਚੱਕੀ 'ਚ ਬਹਿ ਕੇ ਮੁੜਾਈ ਆ। ਹਾਂਜੀ, ਅਗਲੀ ਕਾਲ। ਹੈਲੋ। ਹਾਂਜੀ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਦੇਖੋ ਮਿੰਟੂ ਭਾਈ ਨੇ ਫੈਕਟਸ ਬਹੁਤ ਇੰਟਰਸਟਿੰਗ ਰੱਖਿਆ ਤੇ ਬਿਲਕੁਲ ਫੈਕਟਸ ਤੇ ਗੱਲ ਕੀਤੀ ਹੈ, ਬਟ ਮੈਂ ਨਾ 6 ਮਿੰਟ ਦੀ ਮਿੰਟੂ ਭਾਜੀ ਉਹਨਾਂ ਦੀ ਪੂਰੀ ਵੀਡੀਓ ਸੁਣੀ ਆ ਕੰਗਨਾ ਰਣੌਤ ਦੀ। ਆਪਾਂ ਇੱਥੇ ਬਹਿ ਕੇ ਜਾਂ ਡਿਫੈਂਡ ਕਰ ਸਕਦੇ ਹਾਂ ਜਾਂ ਕੰਡੈਮ ਕਰ ਸਕਦੇ ਹਾਂ। ਉਹਨਾਂ ਨੇ ਇਹ ਗੱਲ ਕਹੀ ਹੈ ਸ਼ਹੀਦਾਂ ਦਾ ਨਾਮ ਕਿਤੇ ਵੀ ਨਹੀਂ ਲਿਆ ਗਿਆ, ਜੋ ਮੈਂ ਸੁਣੀ ਹੈ। ਹੋ ਸਕਦਾ ਉਸ ਤੋਂ ਬਾਅਦ ਕੋਈ ਵੱਡੀ ਵੀਡੀਓ ਵੀ ਹੋਵੇ ਉਹਨਾਂ ਦੀ, ਆਈ ਡੋਂਟ ਨੋ। ਉਹਨਾਂ ਨੇ ਕਿਹਾ ਜਿਹੜੀ ਆਜ਼ਾਦੀ ਮਿਲੀ ਹੈ ਭੀਖ 'ਚ ਮਿਲੀ ਹੈ, ਇਟ ਵਾਜ਼ ਦ ਐਕਸਟੈਂਸ਼ਨ ਆਫ ਕਾਂਗਰਸ। ਹੁਣ ਤੁਸੀਂ ਮਹਾਤਮਾ ਗਾਂਧੀ ਜੀ ਦਾ ਤੇ ਦੱਸਤਾ ਵਾ, ਮੈਨੂੰ ਅੱਜ ਤੱਕ ਕੋਈ ਇੱਕ ਵੀਡੀਓ ਨਹੀਂ ਲੱਭੀ ਜਿੱਥੇ ਚਾਚਾ ਨਹਿਰੂ ਜਿਹਨੂੰ ਕਹਿੰਦੇ ਆ ਉੱਤੇ ਕੋਈ ਟੌਰਚਰ ਕੀਤਾ ਗਿਆ ਹੋਵੇ, ਜਿੱਦਾਂ ਟੌਰਚਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਉਹਨਾਂ ਨੇ ਸਹੇ ਹੈਗੇ। ਚਾਚੇ ਨਹਿਰੂ ਨੂੰ ਛੱਡ ਦੋ, ਚਾਚੇ ਨਹਿਰੂ ਨੂੰ ਛੱਡ ਦੋ, ਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ
ਉਹਨਾਂ ਨੇ ਇਹ ਭੀਖ ਚ ਲਈ ਆ ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਲੈ ਕੇ। ਇੱਕ ਮਿੰਟ ਵੀਰੇ, ਇੱਕ ਮਿੰਟ ਤੁਸੀਂ ਬੋਲੋ, ਜਿੱਥੇ ਬੋਲਾਂਗਾ ਕੱਟਣਾ ਪਊਗਾ ਤੁਹਾਨੂੰ। ਇਹ ਨਹੀਂ ਕਿ ਤੁਸੀਂ ਗੁੜ ਨਾਲ ਜ਼ਹਿਰ ਦੇ ਜੋ ਸਾਨੂੰ। ਅਸੀਂ ਹੋਸਟ ਆ, ਹੋਸਟ ਨਾਲ ਬੈਠੇ ਆ। ਜੇ ਇੱਕ ਵੀ ਕੁਰਬਾਨੀ ਹੋਈ ਤੇ ਭੀਖ ਨਾ ਹੋਈ ਆ। ਕਾਲੇ ਬਾਣੀਆਂ ਦੀ ਜੇਲ੍ਹਾਂ ਦੇ ਵਿੱਚ ਦੇਖੋ ਤੁਸੀਂ ਕੁਰਬਾਨੀਆਂ ਕਿਵੇਂ ਹੋਈਆਂ, ਵਾਪਸ ਹੀ ਨਹੀਂ ਮੁੜੇ। ਇਹ ਕਹਿ ਗਈ ਹੈ ਕਿ ਜੇ ਭੀਖ ਦੇ ਵਿੱਚ, ਭੀਖ 'ਚ ਕਿਵੇਂ ਮਿਲਦੀ ਹੁੰਦੀ ਆਜ਼ਾਦੀ, ਭੀਖ 'ਚ ਕਿਵੇਂ ਚੀਜ਼ ਮਿਲਦੀ ਹੁੰਦੀ, ਹੱਥ ਜੋੜ ਕੇ ਮਿਲਦੀ ਹੁੰਦੀ ਆ। 1849 ਦੇ ਵਿੱਚ ਖਾਲਸਾ ਰਾਜ ਗਿਆ, 1947 ਦੇ ਵਿੱਚ ਹਾਂ ਬਾਕੀ ਭਾਰਤ ਆਜ਼ਾਦ ਜਿਹੜਾ ਸੀ ਗੁਲਾਮ ਰਿਹਾ ਜ਼ਿਆਦਾ ਸਮਾਂ। 98 ਸਾਲ ਦੇ ਵਿੱਚ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਤੇ ਅੰਗਰੇਜ਼ ਨੂੰ ਮਜਬੂਰ ਕਰਤਾ ਦੇਸ਼ ਛੱਡਣ ਵਾਸਤੇ। ਭੀਖ 'ਚ ਨਹੀਂ ਮਿਲੀ। ਛੱਡ ਦਿਓ ਤੁਸੀਂ ਨਹਿਰੂ ਨੂੰ, ਸਾਡਾ ਅਸੀਂ ਨਹਿਰੂ ਦੀ ਨਹੀਂ ਗੱਲ ਕਰ ਰਹੇ ਥੇ। ਨਹਿਰੂ ਦੇ ਉੱਤੇ ਵੀ ਡਿਟੇਲ ਦੇ ਵਿੱਚ ਮਿੰਟੂ ਸਾਹਿਬ ਦੀ ਗੱਲ ਨੂੰ ਤੁਸੀਂ ਧਿਆਨ ਨਾਲ ਸੁਣੋ। ਮਿੰਟੂ ਜੀ ਦੱਸਿਓ ਜਿਹੜਾ ਉਦੋਂ ਦੀ ਸਾਰੀ ਸਟੋਰੀ। ਦੇਖੋ ਵੀਡੀਓ ਉਸ ਟਾਈਮ ਕਿਹੜਾ ਭਾਜੀ ਸੈਮਸੰਗ ਗਲੈਕਸੀ ਦੇ ਫੋਨ ਸਨ ਕਿ ਵੀਡੀਓ ਬਣਦੀਆਂ ਸਨ ਟਾਰਚਰ ਦੀਆਂ ਵੀਡੀਓ ਤਾਂ ਅੱਜ ਵੀ ਨਹੀਂ ਬਣਦੀਆਂ। ਉਹ ਕਿਤੇ ਭਾਵੇਂ ਕੋਈ ਗੱਲੀ ਨਿਕਲਾਵੇ, ਟਾਰਚਰ ਤਾਂ ਥਾਂ ਥਾਂ ਤੇ ਹੁੰਦਾ। ਨਹਿਰੂ ਨੇ ਕਿੰਨੀ ਜੇਲ੍ਹ ਕੱਟੀ ਆ ਉਹ ਤੁਸੀਂ ਮਾੜਾ ਜਿਹਾ ਗੂਗਲ ਤੇ ਹੁਣੇ ਕਰ ਲਓ। ਨਹਿਰੂ ਨੇ ਕਿੰਨੀ ਜੇਲ੍ਹ ਕੱਟੀ ਆ ਤੁਸੀਂ ਹੁਣੇ ਕਰ ਲਓ। ਨਹਿਰੂ ਨੇ ਕੋਈ ਮਾਫੀਨਾਮਾ ਦਿੱਤਾ ਸੀਗਾ ਇਹਨਾਂ ਨੂੰ, ਅੰਗਰੇਜ਼ਾਂ ਨੂੰ ਲਿਖ ਕੇ? ਤੇ ਤੁਹਾਨੂੰ ਤਾਂ ਮਾਫੀਨਾਮੇ ਵੀ ਮਿਲ ਜਾਣਗੇ ਇਹਨਾਂ ਦੇ ਹੀਰੋ ਦੇ। ਉਹਨੇ ਤਾਂ ਅੰਗਰੇਜ਼ਾਂ ਦੀ ਪੈਨਸ਼ਨ ਵੀ ਵਸੂਲ ਕੀਤੀ ਆ। ਸੋ ਗੱਲ ਇਹ ਆ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਉਹਨੇ ਜਿਹੜਾ ਪਹਿਲਾ ਬਿਆਨ ਦਿੱਤਾ ਭਾਜੀ ਉਹਨੂੰ ਤਾਂ ਮਤਲਬ ਕਿ ਮੈਂ ਜ਼ਿਆਦਾ ਡਿਸਕਸ ਨਹੀਂ ਕੀਤਾ, ਠੀਕ ਹੈ। ਪਰ ਜਦੋਂ ਤੁਸੀਂ 1857 ਦੀ, ਹੁਣ ਮੈਂ ਦੂਸਰੀ ਜਿਹੜੀ ਗੱਲ ਉਹਦੀ ਕੋਟ ਕੀਤੀ ਆ ਲੰਬੀ ਚੌੜੀ ਕਿ 1857 ਵਾਲੀ ਅਸਲ ਲੜਾਈ ਜਿਹੜੀ ਉਹਨੇ ਇੰਸਟਾ ਤੇ ਵੱਡੇ ਪੋਸਟ ਪਾਈ ਆ, ਉਹ ਪੜ੍ਹੋ ਤੁਸੀਂ ਵੀਡੀਓ ਦੇਖੀ। ਮੈਂ ਤੁਹਾਨੂੰ ਇੰਸਟਾ ਦੀ ਉਹਦੀ ਪੋਸਟ ਜਿਹੜੀ ਆ ਉਹ ਦੱਸ ਰਿਹਾ ਵਾਂ। ਉਹਦੇ ਵਿੱਚੋਂ ਕੀ ਕਹਿ ਰਹੀ ਆ ਕਿ 1857 ਵਾਲੀ ਅਸਲ ਲੜਾਈ ਸੀਗੀ। ਮਤਲਬ ਕਿ ਅਸਲ ਲੜਾਈ 1857 ਤੋਂ ਬਾਅਦ ਮੈਨੂੰ ਦੱਸੋ ਕਿ ਜਿਹੜੇ ਆਪਣੇ ਹੋਏ ਆ ਰਾਮ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਨਾਮ ਧਰ ਕਹਿ ਦਿੰਦੇ ਕੂਕਾ ਲਹਿਰਵਾਲ, ਕੀ ਕੂਕਾ ਲਹਿਰਵਾਲ ਬਹੁਤ ਜ਼ਬਰਦਸਤ ਹਿਸਟਰੀ ਹੈ ਉਹ ਉਹਨਾਂ ਦਾ। ਜੋ ਉਹ ਤਾਂ ਚਲੋ ਹੁਣ ਸਿੱਖਾਂ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਦਾ ਸੰਪਰਦਾਇਕ ਫਰਕ ਪੈ ਗਏ ਥੋੜੇ ਜਿਹੇ, ਉਹ ਸੰਪਰਦਾਵਾਂ ਦੇ ਆਪਸ ਦੇ ਵਿੱਚ ਜਿੱਦਾਂ ਹੋ ਗਏ। ਤੁਸੀਂ ਉਸ ਹਿਸਟਰੀ ਨੂੰ ਕੱਢ ਦੋਗੇ ਕਿ 1857 ਤੋਂ ਬਾਅਦ ਕੋਈ ਐਕਸ਼ਨ ਹੀ ਨਹੀਂ ਹੋਇਆ, ਕਿਸੇ ਨੇ ਕੁਛ ਕੀਤਾ ਨਹੀਂ। ਲੜਾਈ ਤਾਂ ਅਸਲ 'ਚ ਉਹ ਸੀ। ਜਦ ਕਿ ਜਦੋਂ ਮਤਲਬ ਕਿ ਮੂਵਮੈਂਟ ਇਹ ਖਤਮ ਹੋਈ ਉਸ ਤੋਂ ਬਾਅਦ ਕੂਕਾ ਲਹਿਰ ਨੇ ਕਿੰਨਾ ਭੁਚਾਲ ਲਿਆਂਦਾ। ਫਿਰ ਉਸ ਤੋਂ ਬਾਅਦ ਦੇ ਜਿਹੜੇ ਇਸ ਕਾਲਖੰਡ ਤੋਂ ਬਾਅਦ ਜਿਹੜੇ ਸਭ ਕੁਛ ਕਿ ਉਹਨਾਂ ਨੂੰ ਕਹਿ ਦਈਏ ਕਿ ਉਹ ਸਭ ਕੁਛ ਭੀਖ ਲਈ ਕਰ ਰਹੇ ਸੀਗੇ। ਸੋ ਗੱਲ ਇਹ ਆ ਕਿ ਜੋ ਬੀਬੀ ਕਹਿ ਰਹੀ ਆ ਉਹ ਇੱਕ ਨੈਰੇਟਿਵ ਦਾ ਹਿੱਸਾ ਹੈ। ਨੈਰੇਟਿਵ ਦਾ ਹਿੱਸਾ ਹੈ ਕਿ ਹਾਂ ਇਹ ਗੱਲ ਠੀਕ ਆ। ਜੇ ਆਪਾਂ ਦੇਖੀਏ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਇਸ ਹਾਲਤ ਦੇ ਵਿੱਚ ਨਹੀਂ ਸਨ। ਉਹਨਾਂ ਨੇ ਜੋ ਕਰਨਾ ਸੀ ਇੰਡੀਆ ਦਾ ਕਰ ਲਿਆ। ਹਾਲਾਤ ਆਪਾਂ ਕਹਿ ਸਕਦੇ ਹਾਂ ਕਿ ਹਾਲਾਤ ਉਹਨਾਂ ਵਾਸਤੇ ਬਹੁਤ ਔਖੇ ਸਨ ਰੂਲ ਕਰਨ ਵਾਸਤੇ, ਕਿਉਂਕਿ ਦੁਨੀਆ ਬਦਲ ਗਈ ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ। ਪਰ ਆਪਾਂ ਇਹ ਕਹੀਏ ਕਿ ਯਾਰ ਉਹ ਜੋ ਉੱਥੇ ਉਹਨਾਂ ਨੇ ਘਾਲਣਾ ਕੀਤੀ, ਜੋ ਉਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਭੀਖ 'ਚ ਮਿਲੀਆਂ ਨਹੀਂ ਮੇਰੇ ਖਿਆਲ ਦੇ ਨਾਲ। ਅਸੀਂ ਕੋਈ ਨਹਿਰੂ ਦਾ ਪੱਖ ਨਹੀਂ ਪੂਰੇ ਜੀ। ਸਾਡੇ ਵਾਸਤੇ ਨਹਿਰੂ ਅਸੀਂ ਕੌਣ ਹੁੰਦੇ ਨਹਿਰੂ ਦਾ ਪੱਖ ਪੂਰਨ ਵਾਲੇ? ਅਸੀਂ ਫੈਕਟ ਦਿੰਦੇ ਆ। ਤੁਸੀਂ ਨਹਿਰੂ ਨੂੰ ਜੋ ਵੀ ਮੰਨਣਾ ਮੰਨੀ ਜਾਓ, ਪਰ ਨਹਿਰੂ ਨੇ ਕਿੰਨੀ ਕੈਦ ਕੱਟੀ ਆ ਉਹਦਾ ਕੋਈ ਇੱਕ ਮਾਫੀਨਾਮਾ ਤੇ ਵਿਖਾਓ ਨਾ ਰਿਕਾਰਡ, ਜਦ ਕਿ ਉਧਰ ਦੂਜਿਆਂ ਨੇ ਟੱਪਿਆ ਹੋਗਾ। ਟਾਰਚਰ ਤੇ ਹੁਣ ਵੀ ਤੁਸੀਂ ਕਹਿ ਲਓ ਕਿ ਜਦੋਂ ਟਾਰਚਰ ਕਿਸੇ ਨੂੰ ਕਰਦੀ ਆ ਪੁਲਿਸ, ਉਹਨੂੰ ਟਾਰਚਰ ਕਰਦੀ ਕਿਤੇ ਵੀਡੀਓ ਬਣਾਉਂਦੀ ਆ, ਹੁਣ ਰੈਕਡ ਬਣਾਉਂਦੀ ਆ ਵੀਡੀਓ। ਕਿਹੜਾ ਸਵਾਲ ਆ ਯਾਰ? ਅਸੀਂ ਕੋਈ ਨਹਿਰੂ ਦਾ ਪੱਖ ਨਹੀਂ ਪੂਰੇ। ਅਸੀਂ ਤਾਂ ਆਪਣੇ ਕੱਲ ਬਾਲੇ ਸ਼ਹੀਦ ਅੱਜ ਕਰਤਾਰ ਸਿੰਘ ਸਰਾਭਾ ਦਾ ਭਾਰਤ ਦੇ ਵਿੱਚ ਸ਼ਹੀਦੀ ਦੇਣ ਆ। ਤੈਨੂੰ ਇਹ ਵੀ ਨਹੀਂ ਪਤਾ ਹੋਣਾ ਇਹਦਾ ਕਸੂਰ ਵੀ ਕੋਈ ਨਹੀਂ। ਮੈਂ ਮਿੰਟੂ ਜੀ ਅਜੇ ਦੇਵਗਨ ਦੀ ਇੱਕ ਸਟੋਰੀ ਸੁਣ ਰਿਹਾ ਸੀ ਜਦੋਂ ਉਹਨੇ ਭਗਤ ਸਿੰਘ ਫਿਲਮ ਬਣਾਈ ਨਾ। ਇੱਕ ਵਾਰੀ ਚਾਅ ਚੜਿਆ ਸੀ ਫਿਲਮ ਭਗਤ ਸਿੰਘ ਉਹਨਾਂ ਦਾ, ਬੜੀਆਂ ਹਿੱਟ ਉੱਤੇ ਆਈਆਂ ਸੀ ਸਾਰੀਆਂ ਨਾ। ਜ਼ਿਆਦਾ ਤੁਹਾਨੂੰ ਕਾਫੀ ਫਿਲਮਾਂ ਆ ਗਈਆਂ ਸੀ ਭਗਤ ਸਿੰਘ ਦੀ ਜੀਵਨੀ ਤੇ। ਭਗਤ ਸਿੰਘ ਦੀ ਜੀਵਨੀ ਤੇ ਉਹ ਇੰਟਰਵਿਊ ਕਰ ਰਿਹਾ ਟੀਵੀ ਤੇ, ਕਹਿੰਦਾ ਜੀ ਮੈਨੂੰ ਇਸ ਯੋਧੇ ਬਾਰੇ ਫਿਲਮ ਤੋਂ ਪਹਿਲਾਂ ਪਤਾ ਹੀ ਨਹੀਂ ਵੀ ਇਹ ਦੇਸ਼ ਦੇ ਵਿੱਚ ਏਡੇ ਏਡੇ ਕੁਰਬਾਨੀ ਕਰਨ ਵਾਲੇ ਯੋਧੇ ਵੀ ਹੋਏ ਆ, ਵੀ ਭਗਤ ਸਿੰਘ ਵਰਗੀਆਂ ਸ਼ਖਸੀਅਤਾਂ ਵੀ ਸਾਡੇ ਦੇਸ਼ ਦੇ ਵਿੱਚ ਪੈਦਾ ਹੋਈਆਂ। ਅਜੇ ਦੇਵਗਨ ਦੀ ਵੀਡੀਓ ਲੱਭ ਜਾਣੀਆਂ, ਔਨ ਰੈਕਡ ਪਈ ਹੋਣੀ ਆ ਕਿਤੇ। ਤੇ ਕੰਗਣਾ ਨੂੰ ਕੀ ਪਤਾ, ਸਾਰੀ ਉਮਰ ਤੇ ਨੇ ਸਟਰਗਲ ਕੀਤੀ ਹੈ ਕਿਸ ਤਰੀਕੇ ਦੇ ਨਾਲ। ਫਿਲਮਾਂ ਤਾਂ ਲਈਆਂ ਜਾਂਦੀਆਂ ਭੀਖ ਮੰਗ ਕੇ, ਪਰ ਬੀਬਾ ਜੀ ਅਸੀਂ ਲਫ਼ਜ਼ ਫੇਰ ਬੀਬਾ ਜੀ ਵਰਦੇ ਆ। ਇੱਕ ਤਾਂ ਹੀ ਨਹੀਂ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ, ਹਾਂਜੀ, ਉਹਨਾਂ ਨੂੰ ਤੁਸੀਂ ਇੱਦਾਂ ਕਹਿ ਦਿਓ ਕਿ ਉਹਨਾਂ ਨੇ ਭੀਖ ਦੇ ਵਿੱਚ ਲਈ ਸੀ ਆਜ਼ਾਦੀ।
ਆਜ਼ਾਦੀ ਭੀਖ ਜਨਾਨੀ ਸੀ ਲਈ, ਕੁਰਬਾਨੀਆਂ ਕਰਕੇ ਲਈ ਗਈ। ਖੈਰ ਐਨੀਵੇ, ਅਸੀਂ ਕੋਈ ਨਹਿਰੂ ਦਾ ਪੱਖ ਨਹੀਂ ਜੀ ਪੂਰੇ। ਨਹਿਰੂ ਹੁਣਾਂ ਨੇ ਜੋ ਕੀਤਾ, ਚਾਚਾ ਨਹਿਰੂ ਹੋ ਸਕਦਾ ਹੈ ਇਹ ਛੋਟੀ ਹੁੰਦੀ ਚਾਚਾ ਨਹਿਰੂ ਦਾ ਜਨਮ ਦਿਨ ਮਨਾਉਣ ਵਾਸਤੇ ਸਭ ਤੋਂ ਪਹਿਲਾਂ ਇਹਨੇ ਵੀ ਕਿਤੇ ਰੋਲ ਅਦਾ ਕੀਤਾ ਹੋਵੇ। ਹਾਂਜੀ ਦੇਖੋ ਗੱਲ ਇਹ ਆ ਕਿ ਚਲੋ ਉਹ ਇਤਿਹਾਸ 'ਚ ਜਾਣਾ ਪਵੇਗਾ ਕਿ ਉਹ ਕੀ ਕੁਛ ਹੋਇਆ। 3259 ਦਿਨ ਜੇਲ੍ਹ ਕੱਟੀ ਹੈ ਨਹਿਰੂ ਨੇ, 3259 ਦਿਨ ਟੋਟਲ ਜੇਲ੍ਹ ਆ। ਔਰ ਉਹ ਜਿਹੜੇ ਕੋਠੜੀਆਂ ਦੇ ਸਾਈਜ਼ ਆ ਉਹ ਤੁਸੀਂ ਦੇਖ ਲਓ, ਉਹ ਟਾਰਚਰ ਤੋਂ ਘੱਟ ਆ ਕਿ ਇੱਕ ਮਤਲਬ ਕਿ ਉਸ ਟਾਈਮ ਤੁਹਾਨੂੰ ਨਾ ਪੱਖਾ ਨਾ ਲੈਣਾ ਨਾ ਦੇਣਾ, ਇੱਕ ਛੋਟੀ ਜਿਹੀ ਕੋਠੜੀ 'ਚ ਬੰਦ ਕਰਨਾ, ਉਹ ਸਾਰਾ ਕੁਛ ਔਨ ਰਿਕਾਰਡ ਆ। ਉਹ ਵੀ ਟਾਰਚਰ ਤੋਂ ਘੱਟ ਨਹੀਂ ਹੈ। ਟਾਰਚਰ ਕੀ ਹੈ ਕਿ ਆਪਾਂ ਇਹ ਕਹੀਏ ਕਿ ਪਰ ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਵਕੀਲ ਸੀਗਾ, ਨਹਿਰੂ ਵਕੀਲ ਸੀਗਾ। ਟਾਰਚਰ ਵੀ ਤਾਂ ਹਿਸਾਬ ਕਿਤਾਬ ਨਾਲ ਹੀ ਹੁੰਦੇ ਆ ਨਾ। ਹੁਣ ਇੱਥੇ ਇੱਕ ਲੀਡਰ ਦਾ ਮੁੰਡਾ ਫੜਿਆ ਜਾਂਦਾ, ਲਖੀਮਪੁਰ ਵਾਲਾ ਫੜਿਆ ਹੀ ਹੈ ਕਿ ਉਹਨੂੰ ਮੇਰੇ ਵਰਗੇ ਦੇ ਨਾਲ ਹੀ ਟ੍ਰੀਟਮੈਂਟ ਮਿਲੂਗਾ ਵਾਲਾ। ਬਿਲਕੁਲ। ਜਦੋਂ ਆਮ ਮੁੰਡੇ ਦਾ ਜਦੋਂ ਰਿਮਾਂਡ ਮੰਗਦੀ ਹੈ ਨਾ ਪੁਲਿਸ, ਚੰਗਾ ਭਲਾ ਫੁੱਲ ਵਰਗਾ ਹੁੰਦਾ, ਤੇ ਤੀਜੇ ਦਿਨ ਜਦੋਂ ਜੱਜ ਦੇ ਪੇਸ਼ ਕੀਤਾ ਜਾਂਦਾ 3 ਜਾਣੇ ਮੋਢਾ ਫੜ ਕੇ ਤੇ ਫੇਰ ਲੈ ਕੇ ਜਾਂਦੇ ਹੁੰਦੇ ਆ, ਉਹਨੂੰ ਕਹਿੰਦੇ ਆ ਰਿਮਾਂਡ, ਤੇ ਉਹ ਹੱਸਦਾ ਖੇਡਦਾ ਜਾ ਰਿਹਾ। ਹਾਂਜੀ ਚਲੋ ਆਪਾਂ ਅਗਲੀ ਕਾਲ ਲੈ ਲੈਣੇ ਜੀ, 1 ਬਾਏ 1 ਕਰਕੇ। ਹੈਲੋ, ਸਤਿ ਸ੍ਰੀ ਅਕਾਲ ਜੀ ਮਿੰਟੂ ਭਾਜੀ, ਤੁਹਾਨੂੰ ਵੀ ਹਾਂਜੀ ਮਿੰਟੂ ਭਾਜੀ, ਸ਼ਾਇਦ ਤੁਸੀਂ ਦੱਸਿਓ ਦੂਰ ਅੰਦੇਸ਼ੀ ਨਾ ਸਰ ਚਾਵਲਾ ਜੀ, ਏਦਾਂ ਜਿੱਦਾਂ ਡਿਵਾਈਡ ਐਂਡ ਰੂਲ ਵਾਲੀ ਨੀਤੀ ਨਹੀਂ ਹੁੰਦੀ, ਜਿਸ ਤਰ੍ਹਾਂ ਤੁਸੀਂ ਮਤਲਬ ਕਿ ਕਮਿਊਨਿਟੀ ਨੂੰ 2 ਹਿੱਸਿਆਂ 'ਚ ਪਾੜ ਦਿਓ ਵੀ ਜਿਸ ਤਰ੍ਹਾਂ ਆਪਣੇ ਜਿੱਦਾਂ ਹੁਣ ਆਪਾਂ ਜੇ ਐਗਜ਼ਾਮਪਲ ਲੈ ਲਈਏ ਕਿਸਾਨ ਅੰਦੋਲਨ ਮੂਵਮੈਂਟ ਦੀ, ਹੁਣ ਉਹਦੇ 'ਚ ਹਰ ਤਰ੍ਹਾਂ ਦੇ ਦੇਖੋ ਨਾ ਕਿਸੇ ਜਿਹੜੀ ਮੂਵਮੈਂਟ ਦੇ ਵਿੱਚ ਨਾ ਉਹਨਾਂ ਦਾ ਰੋਲ ਘੱਟ ਕੀਤਾ ਜਾ ਸਕਦਾ, ਨਾ ਭਗਤ ਸਿੰਘ ਉਹਨਾਂ ਦਾ ਘੱਟ ਕੀਤਾ ਜਾ ਸਕਦਾ। ਮਤਲਬ ਕਿ ਸਾਰਿਆਂ ਨੇ ਆਪਣੇ ਆਪਣੇ ਜੋ ਮਤਲਬ ਤੌਰ ਤੇ ਮੂਵਮੈਂਟਸ ਕੀਤੀਆਂ। ਇੱਕ ਨਾਨ ਵਾਇਲੈਂਸ ਮੂਵਮੈਂਟ ਹੋ ਗਈ ਜਿਹੜੀ ਗਾਂਧੀ ਉਹਨਾਂ ਨੇ ਕੀਤੀ, ਜਿਸ ਤਰ੍ਹਾਂ ਆਪਣਾ ਮਿੰਟੂ ਭਾਈ ਉਹਨਾਂ ਨੂੰ ਦੱਸਿਆ ਕਿ ਤੁਸੀਂ ਉਹਨਾਂ ਦੀਆਂ ਜੇਲ੍ਹਾਂ ਵੀ ਦੇਖ ਲਓ, ਤੇ ਭਗਤ ਸਿੰਘ ਉਹਨਾਂ ਦੀ ਥੋੜੀ ਵਾਇਲੈਂਟ ਮੂਵਮੈਂਟ ਸੀ। ਮਤਲਬ ਰੋਲ ਆਪਾਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿਸੇ ਦਾ ਰੋਲ ਘੱਟ ਹੋ, ਇੰਨਾ ਹੋ ਸਕਦਾ 19-21 ਦਾ ਕਿਸੇ ਦਾ ਘੱਟ ਹੈ ਕਿਸੇ ਦਾ ਜ਼ਿਆਦਾ, ਲੇਕਿਨ ਦਾ ਵੇ ਆਫ ਮੂਵਮੈਂਟ ਜਿਹੜਾ ਉਹ ਥੋੜਾ ਜਿਹਾ ਡਿਫਰੈਂਟ ਦੋਨਾਂ ਦਾ। ਹੁਣ ਕੱਲ ਨੂੰ ਅਗਰ ਇਸ ਤਰ੍ਹਾਂ ਕਮਿਊਨਿਟੀ 'ਚ ਪਾੜ ਪਾਉਣਾ ਹੋਵੇ ਤਾਂ ਦੀਪ ਸਿੱਧੂ ਆ ਕੇ ਕਵੇ ਵੀ ਜੀ ਕਿਸਾਨਾਂ ਨੇ ਲੀਡਰਾਂ ਨੇ ਤਾਂ ਆਪਣੇ ਸਟੇਜ ਭਾਸ਼ਣ ਦੇ ਕੇ ਕਿਤੇ ਰੱਦ ਕਰਾ ਲਿਆ ਕਾਨੂੰਨ ਤਾਂ ਰੱਦ ਕਰਾਇਆ 5 ਜੇਲ੍ਹਾਂ 'ਚ ਜਾ ਕੇ, ਸੋ ਇਹ ਗੱਲ ਮੰਨਣਯੋਗ ਹੋਏਗੀ? ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ 2 ਤਰੀਕੇ ਨੇ। ਇੱਕ ਐਕਸ਼ਨ ਖਾੜਕੂ ਐਕਸ਼ਨ ਕਰਦੇ ਆ, ਮਤਲਬ ਕਿ ਹਿੰਸਾ ਹੁੰਦੀ ਹੈ ਜਿਵੇਂ ਭਗਤ ਸਿੰਘ ਵਾਲਾ ਵੀ ਤੁਸੀਂ ਕਿਹਾ, ਦੂਸਰਾ ਹੈ। ਪਰ ਇੱਕ ਚੀਜ਼ ਨੋਟ ਕਰਿਓ, ਮੈਂ ਸ਼ਾਇਦ ਅੱਗੇ ਵੀ ਗੱਲ ਕਹੀ ਹੈ, ਬਹੁਤ ਪਲੇਟਫਾਰਮਸ ਤੇ ਮੈਂ ਇਹ ਮਿਸਾਲ ਵੀ ਦਿੱਤੀ ਹੈ ਕਿ ਠੀਕ ਹੈ ਜਰਮਨ ਦੇ ਨਾਲ ਧੱਕਾ ਹੋਇਆ ਫਸਟ ਵਰਲਡ ਵਾਰ ਤੋਂ ਬਾਅਦ, ਸੰਧੀ ਜਿਸ ਤਰ੍ਹਾਂ ਉਹਨਾਂ ਤੇ ਥੋਪੀ ਗਈ, ਬੜੀ ਜ਼ਲਾਲਤ ਸੀ, ਉਹਦੇ ਚੋਂ ਹੀ ਫਿਰ ਨਿਰਾਸ਼ਾ ਚੋਂ ਹਿਟਲਰ ਪੈਦਾ ਹੁੰਦਾ ਜਿਹਨੇ ਰੱਜ ਕੇ ਹਿੰਸਾ ਕੀਤੀ, ਰਾਈਟ। ਪਰ ਜਰਮਨ ਅੱਜ ਦੀ ਤਰੀਕ 'ਚ ਜਿੱਥੇ ਖਲੋਤਾ ਹੈ, ਜਿੱਥੇ ਖਲੋਤਾ ਹੈ ਉਹ ਹਿਟਲਰ ਵਾਲੀ ਨੀਤੀ ਕਰਕੇ ਨਹੀਂ ਖਲੋਤਾ। ਬਿਲਕੁਲ, ਉਹ ਅਹਿੰਸਾਵਾਦੀ ਹੋ ਕੇ ਹੀ ਅੱਗੇ ਵਧਿਆ। ਅੱਛਾ, ਜਦ ਭਗਤ ਸਿੰਘ ਦੀ ਗੱਲ ਕੀਤੀ ਇਹਨਾਂ ਨੇ, ਭਗਤ ਸਿੰਘ ਦੀ ਜਿਹੜੀ ਮੈਂ ਜਿੰਨੀ, ਕਿਉਂਕਿ ਮੈਂ ਬਹੁਤ ਘੱਟ ਪੜ੍ਹਿਆ ਲਿਖਿਆ ਜੀ, ਮੈਂ ਆਪਣੇ ਮੂੰਹੋਂ ਇਹ ਤਸਲੀਮ ਕਰਨਾ ਵਾ, ਜਿੰਨਾ ਕੁ ਮੈਂ ਪੜ੍ਹਿਆ, ਜਿੰਨੀ ਕੁ ਮੇਰੀ ਪੁੱਛ ਬੁੱਧੀ ਹੈ, ਭਗਤ ਸਿੰਘ ਦੀ ਪਪੂਲੈਰਿਟੀ ਜਿਹਨੂੰ ਆਪਾਂ ਕਹਿੰਦੇ ਹਾਂ, ਲੋਕਪ੍ਰਿਯਤਾ, ਉਹ ਸਿਖਰ ਤੇ ਕਦੋਂ ਗਈ? ਜਦ ਜੇਲ੍ਹ ਦੇ ਵਿੱਚ ਉਹਨ ਭੁੱਖ ਹੜਤਾਲ ਕੀਤੀ ਸੀ। ਮੇਰੇ ਖਿਆਲ ਦੇ ਨਾਲ ਕਾਫੀ ਲੰਬੀ ਸੀਗੀ, ਐਗਜ਼ੈਕਟ ਮੈਨੂੰ ਦਿਨ ਨਹੀਂ ਯਾਦ, ਤੁਸੀਂ ਮਾੜਾ ਜਿਹਾ ਗੂਗਲ ਕਰ ਲਿਓ, ਹੰਗਰ ਸਟ੍ਰਾਈਕ ਆਫ ਭਗਤ ਸਿੰਘ ਇਨ ਜੇਲ੍ਹ, ਉਹ ਤੁਹਾਨੂੰ ਦਿਨ ਪਤਾ ਲੱਗ ਜਾਣਗੇ। ਉਸ ਤੋਂ ਬਾਅਦ ਭਗਤ ਸਿੰਘ ਘਰ ਪਹੁੰਚ ਗਿਆ। ਮਤਲਬ ਉੱਥੇ ਕੋਈ ਹਿੰਸਾ ਨਹੀਂ ਸੀ, ਇੱਕ ਅਹਿੰਸਕ ਤਰੀਕਾ ਸੀਗਾ। ਜਾਪਾਨ ਨੇ ਸਾਰੀ ਦੁਨੀਆ 'ਚ ਦੇਖੋ ਕੀ ਕੀਤਾ ਪਹਿਲਾਂ, ਸਾਰੀ ਦੁਨੀਆ 'ਚ ਜਾਪਾਨ ਨੇ ਜਾਪਾਨੀਆਂ ਨੇ ਤਾਂ ਰਸ਼ੀਆ ਵੀ ਠੋਕਤਾ ਸੀਗਾ ਮਨਚੂਰੀਅਨ ਯੁੱਧ ਦੇ ਵਿੱਚ, ਇਹ ਹਿਸਟਰੀ ਦਾ ਪਾਰਟ ਆ। ਅੱਛਾ, ਇਹ ਵੀ ਬਸਤੀਵਾਦੀ ਸੀਗੇ, ਵਿਸਥਾਰਵਾਦੀ ਸੀਗੇ। ਪਰ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਤਬਾਹੀ ਹੋ ਗਈ, ਹਿੰਸਾ ਤੋਂ ਬਾਅਦ ਜਾਪਾਨ ਅੱਜ ਦੀ ਘੜੀ ਦੇ ਵਿੱਚ ਮੇਰੇ ਖਿਆਲ ਦੇ ਨਾਲ 4ਥੀ ਵੱਡੀ ਇਕੋਨਮੀ ਆ। ਉਸ ਤੋਂ ਬਾਅਦ ਉਹਨਾਂ ਬੰਬ ਛੱਡ ਕੇ ਹਜ਼ਾਰ ਫੜ ਲਏ। ਅੱਜ ਦੇਖੋ ਇਹ ਆ ਕਿਸੇ ਇਹ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਇੱਕ ਵੇਲਾ ਹੁੰਦਾ ਹਿੰਸਾਵਾਦੀ ਚੀਜ਼ਾਂ ਵੀ ਚੱਲਦੀਆਂ, ਅਹਿੰਸਾਵਾਦੀ, ਇਹ ਸਾਰਾ ਕੁਛ ਚੱਲਦਾ ਹੈ। ਪਰ ਓਵਰਆਲ ਜੇ ਦੇਖੀਏ ਤਾਂ ਹਿੰਸਾਵਾਦੀ ਜਿਹੜਾ ਉਹ ਕੋਈ ਵਿਚਾਰ ਮਾੜਾ ਨਹੀਂ ਹੈ।
ਔਰ ਉਹ ਸਫਲਤਾਪੂਰਵਕ ਰਿਜ਼ਲਟ ਵੀ ਦੇ ਕੇ ਗਿਆ ਸੰਸਾਰ ਦੇ ਵਿੱਚ। ਬਿਲਕੁਲ ਬਿਲਕੁਲ ਵੇਖਣ ਵਾਲੀ ਗੱਲ ਹੋਊਗੀ ਕਿ ਜ਼ੁਲਮ ਸਿਤਮ ਜਿਹੜਾ ਸੀ ਉਸ ਵਕਤ ਕਿਵੇਂ ਦਾ ਅੰਗਰੇਜ਼ ਸਰਕਾਰ ਉਸ ਵਕਤ ਕਰ ਰਹੀ ਸੀ, ਕਿਉਂ ਖੂਨ ਖੋਲਿਆ, ਇਹ ਵੀ ਤਾਂ ਵੇਖਣਾ ਪਊਗਾ ਨਾ, ਕਿਵੇਂ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਹੱਥਾਂ ਦੇ ਵਿੱਚ ਕਿਉਂ ਬੰਦੂਕਾਂ ਚੁੱਕਣੀ ਪਈਆਂ। ਇੱਕ ਛੋਟੀ ਜਿਹੀ ਗੱਲ ਨਹੀਂ ਹੁੰਦੀ। ਕੋਈ ਜੰਮਦਾ ਬੰਦਾ ਜਿਹੜਾ ਵਾ ਉਹ ਨਾ ਦਾ ਖਾੜਕੂ ਹੁੰਦਾ ਤੇ ਨਾ ਹੀ ਅੱਤਵਾਦੀ ਹੁੰਦਾ। ਉਹ ਹਾਲਾਤ ਜਿਹੜੇ ਨੇ ਉਹਦੇ ਮੱਦੇ ਨਜ਼ਰ ਕਈ ਬਰਦਾਸ਼ਤ ਕਰਦੇ ਨੇ ਤੇ ਕਈ ਕਹਿੰਦੇ ਕੋਈ ਨਹੀਂ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਕੋਈ। ਇਹ ਵੀ ਤਾਂ ਹੈਗਾ ਨਾ। ਫਿਰ ਆਪਾਂ ਕਾਲਾਂ ਫਲੈਸ਼ ਹੋ ਰਹੀਆਂ ਸੀ, ਖੈਰ ਨਹੀਂ ਵੇ ਲੰਬੀ ਚੌੜੀ ਡਿਸਕਸ ਹੋ ਗਈ ਹੈ। 9058131320 905-813-1320 ਤੇ ਕਿਸੇ ਨੇ ਹੁਣ ਕਾਲ ਕਰਨੀ ਹੋਵੇ ਤਾਂ ਕਰ ਸਕਦੇ ਨੇ। ਅਸੀਂ ਕਲੀਅਰ ਕਰ ਦਈਏ, ਅਸੀਂ ਨਾ ਤਾਂ ਇੱਥੇ ਕਾਂਗਰਸ ਦਾ ਪੱਖ ਪੂਰੇ ਆ, ਨਾ ਨਹਿਰੂ ਦਾ, ਨਾ ਕਿਸੇ ABC ਦਾ ਪੱਖ ਨਹੀਂ ਪੂਰੇ। ਸਾਨੂੰ ਇਹ ਗੱਲ ਹੈ ਕਿ ਕੰਗਣਾ ਨੇ ਬਿਆਨ ਦਿੱਤਾ ਹੈ ਕਿ ਭੀਖ ਦੇ ਵਿੱਚ ਆਜ਼ਾਦੀ ਮਿਲੀ ਤੇ ਇਹ ਕੁਰਬਾਨੀਆਂ ਫਿਰ ਐਵੇਂ ਹੀ ਹੋ ਗਈਆਂ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਤਾਂਤੇ ਟੋਪੇ ਵਰਗੇ ਕਿੰਨੇ ਹੋਰ ਹੋਏ ਨੇ ਯੋਧੇ ਜਿਨ੍ਹਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਣ ਤੋਂ ਬਲੈਦਾ ਵੀ ਤੁਸੀਂ ਹਿਸਟਰੀ ਦੱਸੀ ਹੈ ਕਿ ਕਿੰਨੀ ਹਜ਼ਾਰ ਸੈਕੰਡ ਵਰਲਡ ਵਾਰ ਤੁਸੀਂ ਗੱਲ ਕਰਦੇ ਹੋ ਜਿਹੜੀ ਉਦੋਂ ਬਾਅਦ, ਜਾਂ ਜਿਹੜਾ ਗਦਰ ਲਹਿਰ ਆ ਉਦੋਂ ਬਾਅਦ। ਤੇ ਗਦਰ ਲਹਿਰ ਫਿਰ ਐਵੇਂ ਉੱਠ ਖਲੋਤੀ ਸੀ। ਗਦਰ ਲਹਿਰ ਸ਼ਾਂਤਮਈ ਸੀਗੀ। ਗਦਰ ਲਹਿਰ ਦੇ ਵਿੱਚ ਵੀ ਤਾਂ ਫਿਰ ਇਹੀ ਤਰੀਕਾ ਸੀਗਾ ਮਿੰਟੂ ਜੀ, ਜਿਸ ਤਰੀਕੇ ਦੇ ਨਾਲ ਗਦਰ ਲਹਿਰ ਲਈ ਮਤਲਬ ਪਲੈਨਿੰਗ ਬਣਾਈ ਜਾ ਰਹੀ ਸੀ। ਉਹ ਤੁਸੀਂ ਹਿਸਟਰੀ ਪੜ੍ਹੋ ਤੇ ਉਹਦੇ ਵਿੱਚ ਕਿਤੇ ਫਿਰ ਸ਼ਾਂਤਮਈ ਥੋੜ੍ਹੀ ਹੋਣਾ ਸੀ ਕੰਮ, ਉਹਦੇ ਵਿੱਚ ਤਾਂ ਇਵੇਂ ਹੀ ਸੀ। ਜੇ ਅੱਜ ਅਸੀਂ ਇਹਨਾਂ ਦੀ ਨਿਖੇਧੀ ਕਰਦੇ ਹਾਂ। ਵਿਰੋਧ ਦੇ ਦੋ ਤਰੀਕੇ ਹੁੰਦੇ ਆ, ਜਾਂ ਤਾਂ ਮਤਲਬ ਕਿ ਤੁਸੀਂ ਖੜਕਾ ਦੜਕਾ ਕਰੋ, ਜਾਂ ਤੁਸੀਂ ਬਿਲਕੁਲ ਸ਼ਾਂਤ ਰਹਿ ਕੇ। ਦੋਨੇ ਹੀ ਤਰੀਕੇ ਇਸ ਆਜ਼ਾਦੀ ਦੀ ਲੜਾਈ 'ਚ ਵਰਤੇ ਗਏ। ਇਹ ਖੂਬਸੂਰਤੀ ਹੈ, ਤੇ ਇੱਕ ਪਾਸੇ ਹਿੰਸਾਤਮਕ ਕਾਰਵਾਈਆਂ ਵੀ ਹੋਈਆਂ ਅੰਗਰੇਜ਼ਾਂ ਦੇ ਖਿਲਾਫ, ਯਾਨੀ ਜੰਗ ਦੇ ਵਿੱਚ ਵੀ ਦੂਜੇ, ਦੂਸਰੇ ਪਾਸੇ ਅਹਿੰਸਾਵਾਦੀ ਤਰੀਕੇ ਨਾਲ ਵੀ। ਤਾਂ ਇਹਨੂੰ ਤਾਂ ਇੱਕ ਖੂਬਸੂਰਤੀ, ਇੱਕ ਸੁਮੇਲ ਵਜੋਂ ਲੈਣਾ ਚਾਹੀਦਾ ਹੈ ਨਾ ਕਿ ਦੋਨੇ ਵਿਚਾਰ ਇਕੱਠੇ ਹੀ ਲੜ ਰਹੇ ਸਨ। ਬੇਸ਼ੱਕ ਮਤਭੇਦ ਨੇ, ਪਰ ਚੱਲ ਰਹੇ ਇੱਕ ਨਿਸ਼ਾਨੇ ਵੀ ਚੱਲ ਰਹੇ ਆ। ਅੱਜ ਕੀ ਹੈ, ਅੱਜ ਅਸੀਂ ਉਲਟਾ ਹੋ ਗਏ ਨਾ। ਸਾਡਾ ਨਿਸ਼ਾਨਾ ਜਿਹੜਾ ਕੋਈ ਹੋਰ ਬਣ ਗਿਆ, ਕੁਝ ਹੋਰ ਬਣ ਗਿਆ। ਗੱਲ ਤੇ ਕੰਗਣਾ ਦੀ ਹੋ ਰਹੀ ਸੀ। ਇਹਨੂੰ 5 ਸ਼ਹੀਦਾਂ ਦੇ ਨਾਂ ਪੁੱਛ ਲਓ ਨਾ, 5 ਜਿਹੜੇ ਮਤਲਬ 5 ਸ਼ਹੀਦ ਕਰੇ ਨੇ। ਤੈਨੂੰ ਇਹ ਵੀ ਨਹੀਂ ਪਤਾ ਹੋਣਾ ਵੀ 5 ਨੇਤਾ ਜੀ ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਇਹਨੂੰ ਪੁੱਛੋ ਵੀ 5 ਸ਼ਹੀਦ ਕਿਹੜੇ ਸੀ, ਤਿੰਨਾਂ ਦੇ ਨਾਲ ਹੀ ਯਾਦ ਹੋਣੇ ਇਹਨੂੰ। ਹਾਂ, ਕਿਸੇ ਫਿਲਮ ਦੀ ਮਹੇਸ਼ ਭੱਟ ਦਾ ਪਤਾ ਹੋਊਗਾ ਵੀ ਉਹਦੇ ਨਾਲ ਕਿੰਨੇ ਕੁ ਦਿਨ ਮਤਲਬ ਆਪਾਂ ਫਿਲਮਾਂ ਸਮਾਈਨ ਕੀਤੀਆਂ ਤੇ ਕਿਵੇਂ ਕੀਤੀਆਂ, ਜਾਂ ਹੋਰ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਦਾ ਪਤਾ ਹੋ ਸਕਦਾ। ਆਹ ਤਾਂ ਸਕ੍ਰਿਪਟਡ ਹਾਂਜੀ ਬਹੁਤ ਵੱਡੀ ਸੀ। 112 ਦਿਨ ਸ਼ਾਇਦ। ਚਲੋ ਐਨੀਵੇ ਆਪਾਂ ਇੱਕ ਦੋ ਕਾਲ ਲੈ ਲੈਣੇ, ਮੈਨੂੰ ਪਤਾ ਤੁਸੀਂ ਯਾਰ ਜਾਣਾ ਹੈ ਤੇ ਇੱਕ ਦੋ ਕਾਲ ਲੈ ਲੈਣੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਚਾਵਲਾ ਜੀ, ਜੀ ਤੁਸੀਂ ਬੜੇ ਲੌਜਿਕ ਨਾਲ ਠੋਕ ਕੇ ਜਵਾਬ ਦੇ ਦਿੱਤਾ ਉਸ ਕਾਲਰ ਨੂੰ, ਹੋਰ ਤਾਂ ਕਹਿਣ ਦੀ ਲੋੜ ਨਹੀਂ। ਮਿਹਰਬਾਨੀ ਜਨਾਬ। ਉਹ ਜੀ ਟੋਰਾਂਟੋ ਦਾ ਕੰਗਨਾ ਰਣੌਤ ਆ, ਉਹ ਦੇਵ। ਚਲੋ ਕੋਈ ਨਹੀਂ ਵੀਰੇ, ਨਹੀਂ ਵੀਰੇ ਪਲੀਜ਼ ਮੈਨੂੰ ਸਾਇਰਨ ਨਾ ਵਜਾਉਣਾ ਪਵੇ, ਆਪਾਂ ਸਾਰਿਆਂ ਦਾ ਸਤਿਕਾਰ। ਅੱਛਾ, ਦੂਸਰੀ ਗੱਲ ਕਰਦਾ, ਸਾਡੇ ਪ੍ਰੋਗਰਾਮ ਦੇ ਵਿੱਚ ਜਦੋਂ ਕੋਈ ਆਊਗਾ ਨਾ, ਸਾਨੂੰ ਅਸੀਂ ਨਾ ਤੇ ਰੇਡੀਓ ਤੁਸੀਂ ਕਰ ਦਿੱਤਾ। ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਲੌਜਿਕ ਨਾਲ ਦੱਸ ਦਿੱਤਾ ਉਹਨੂੰ। ਦੂਸਰੀ ਗੱਲ ਤੁਸੀਂ ਕਹਿੰਦੇ ਨਾ ਉਹਨੂੰ 5 ਸ਼ਹੀਦਾਂ ਦੇ ਨਾਂ, ਉਹਨੂੰ ਤਦ ਹੋਏ, ਉਹ ਤਾਂ ਕਾਲਜ ਗਈ ਨਹੀਂ ਕਦੀ, ਸਕੂਲ ਤੋਂ ਤਾਂ ਭਗੌੜੀ ਆ ਉਹ। ਚਲੋ ਮਿਹਰਬਾਨੀ, ਥੈਂਕ ਯੂ ਜੀ। ਹੁਣ ਉਹਦੀ ਹਿਸਟਰੀ ਬਾਰੇ ਸਾਰੇ ਹੀ ਜਾਣਦੇ ਹੋਣਗੇ, ਕਿੰਨਾ ਪੜ੍ਹੀ ਆ ਕਿੰਨਾ ਨਹੀਂ ਪੜ੍ਹੀ। ਉਹ ਕਿਤੇ ਦਿੱਲੀ ਵਿਚਾਰੀ ਗਈ ਸੀ ਪੜ੍ਹਨ ਵਾਸਤੇ। ਖੈਰ ਕੀ ਪੜ੍ਹਾਈ ਕੀਤੀ ਦਿੱਲੀ, ਇਹ ਤਾਂ ਰੱਬ ਜਾਣਦਾ। ਮੈਨੇ ਪੜ੍ਹਦੀ ਤਾਂ ਇੱਥੇ ਰਹੀ ਆ ਚੰਡੀਗੜ੍ਹ। ਜ਼ਿਆਦਾਤਰ ਇਹਦੇ ਫਰੈਂਡ ਜਿਹੜੇ ਆ ਪੰਜਾਬੀ ਨੇ। ਅੱਛਾ, ਪੰਜਾਬੀਆਂ ਦੀ ਗੱਲ ਪੈਣ ਲੱਗ ਗਈ ਬੀਬੀ। ਇੱਥੇ ਚੰਡੀਗੜ੍ਹ ਪੜ੍ਹੀ ਆ, ਜੇ ਫਰੈਂਡ ਸਰਕਲ ਦੇ ਵਿੱਚ ਖਾਸੇ ਲੋਕ ਪੰਜਾਬੀ ਨੇ, ਕਿਉਂਕਿ ਆਪਣੇ ਨਾਲ ਗੁਆਂਢੀ ਸੂਬਾ ਤੇ ਕਲਚਰ ਕਿਸੇ ਵੇਲੇ ਤਾਂ ਇਕੱਠਾ ਹੀ ਸੀਗਾ ਨਾ, ਬਾਅਦ ਚ ਬਣਿਆ। ਚਲੋ ਪੜ੍ਹਾਈ ਲਿਖਾਈ ਕਾਲ ਲੈ ਲੈਣੇ ਹੋਰ ਆਪਾਂ। ਅਗਲੀ ਕਾਲ ਲੈ ਲਈ ਜੀ। ਹੈਲੋ ਆਓ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਤੁਹਾਨੂੰ ਵੀ ਜੀ ਬੋਲ ਰਹੀ ਹਾਂ, ਤੁਹਾਨੂੰ ਸੁਣ ਹਾਂਜੀ ਸੁਣ ਰਿਹਾ ਜੀ ਪੂਰਾ। ਮੈਂ ਇਹ ਕਹਿੰਦੀ ਹਾਂ ਵੀ ਜਿਹੜੇ ਇਹ ਤਾਂ ਕਹਿੰਦੀ ਆ ਵੀ ਆਜ਼ਾਦੀ ਏਦਾਂ ਭੀਖ ਚ ਮਿਲੀ ਹੈ ਜਾਂ ਕਿਸੇ। ਭਗਤ ਸਿੰਘ ਸ਼ਹੀਦ ਦਾ ਤਾਂ ਚਾਚਾ ਵੀ ਅਜੀਤ ਸਿੰਘ ਜਲਿਆਂਵਾਲਾ ਬਾਗ ਤੇ ਇੱਕ ਮਰ ਗਿਆ ਉੱਧਰ ਹੀ, ਜਿਹੜੇ ਉੱਥੇ ਕਾਲਿਆਂ ਪਾਣੀਆਂ ਚ ਕੀਤਾ ਸੀਗਾ ਸਵਰਨ ਸਿੰਘ। ਤੇ ਇਹਨਾਂ ਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ। ਜਿੰਨੀਆਂ ਸ਼ਹੀਦੀਆਂ ਪਾਈਆਂ ਪੰਜਾਬੀਆਂ ਨੇ, ਪੁੱਛੋ ਨਾ ਕਿੰਨੀ ਪਾਈਆਂ, ਸਾਰੇ ਹਿੰਦੁਸਤਾਨੀਆਂ ਵੀ ਪਾਈਆਂ, ਪਰ ਸਾਡੇ ਲੋਕਾਂ ਨੂੰ ਤਾਂ 90% 80% ਉਹਨੇ ਐਵੇਂ ਤਾਂ ਭਗਤ ਸਿੰਘ ਦੇ ਘਰ ਚ ਸ਼ਰਾਬਾ ਵੀ ਆਉਂਦਾ ਸੀ, ਸਾਰੇ ਆਉਂਦੇ ਸੀ।
ਉਹ ਜੰਮਦਾ ਐਵੇਂ ਤਾਂ ਨਹੀਂ ਕਹਿੰਦਾ ਸੀ ਇੰਨੇ ਸਾਲ ਭਾਗਾਂ ਵਾਲਾ ਕਿ ਹੁਣ ਭਗਤ ਸਿੰਘ ਕੀ ਭਾਗਾਂ ਵਾਲਾ ਕਹਿੰਦੇ ਸੀਗੇ। ਤਿੰਨੇ ਇਹਦੇ ਪੇਜ ਤਾਂ ਚਾਚੇ ਉਦੋਂ ਛੁੱਟ ਕੇ ਆਏ ਸੀ ਉੱਥੋਂ ਜੇਲ੍ਹ ਚੋਂ। ਸੋ ਇਹ ਇੱਕ ਦਿਨ ਦੀ ਸ਼ਹੀਦੀ ਇੱਕ ਦਿਨ ਤੋਂ ਨਹੀਂ ਸ਼ੁਰੂ ਹੋਇਆ ਸੀਗਾ, ਇਹ ਤਾਂ ਉਦੋਂ ਤੋਂ ਇਹ ਤਾਂ ਚਾਚਾ ਦਾ ਕਿੰਨਾ ਚਿਰ ਜਰਮਨੀ ਜਾ ਕੇ ਪੜਾਉਂਦੇ, ਫਿਰ ਉਹ ਤਾਂ ਫਿਰ ਬਾਅਦ ਚ ਮਰਿਆ। ਇਹ ਉਹ ਤਦੇ ਚਲੇ ਗਏ ਸੀ, ਮੈਨੂੰ ਵੀ ਕਾਲੇ ਉੱਥੇ ਭੇਜ ਦੇਣ ਕਾਲੇ ਪਾਣੀ ਚ, ਉੱਥੋਂ ਮੁੜ ਕੇ ਤਾਂ ਆਉਣਾ ਹੀ ਨਹੀਂ ਹੈਗਾ। ਸੋ ਜੋ ਤਸ਼ੱਦਦ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਭੁੱਲ ਗਿਆ ਹੈਗਾ। ਠੀਕ ਆ, ਜੇਲ੍ਹਾਂ ਤਾਂ ਕਿੰਨੀਆਂ ਵੀ ਇਕੱਠੀਆਂ ਹੋਣਗੀਆਂ, ਸਭ ਨੇ ਇਕੱਠੀਆਂ ਹੋਣਗੀਆਂ, ਪਰ ਜਿਹੜੇ ਕਾਲੀਆਂ ਪਾਣੀਆਂ ਚ ਭੇਜੇ ਉਹਨਾਂ ਦੇ ਕਿੰਨੀਆਂ ਉਹ ਗਿਣਤੀ ਨਹੀਂ ਕੋਈ ਨਹੀਂ ਵਾਪਸ ਆਏ। ਥੈਂਕ ਯੂ ਜੀ। ਹੈਲੋ, ਲਾਸਟ ਕਾਲ ਪਲੀਜ਼। ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇਹ ਸਾਨੂੰ ਬਹੁਤਾ ਜ਼ਿਆਦਾ ਠੀਕ ਹੈ ਕੰਗਨਾ ਦੀ ਅਸੀਂ ਜਿਹੜੀ ਸਟੇਟਮੈਂਟ ਆ ਉਹਨੂੰ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ, ਕਿਉਂਕਿ ਇਹ ਚਲੋ ਤੁਸੀਂ ਆਪਣਾ ਸਵਾਲ ਕਰ ਲਓ ਵੀਰ ਜੀ। ਹੁਣ ਵੀ ਤੁਸੀਂ ਵੀ ਉਸੇ ਗੱਲ ਨੂੰ ਲੈ ਕੇ ਵੇਸਟੀ ਆਫ ਟਾਈਮ ਜੇ ਸਾਨੂੰ ਕਹਿਣ ਲੱਗੇ ਤੁਸੀਂ ਨੈਕਸਟ ਸਵਾਲ ਹੈਗਾ ਤੁਹਾਡਾ ਕੋਈ? ਹਾਂਜੀ, ਮੇਰਾ ਸਵਾਲ ਇਹ ਹੈਗਾ ਆ ਭਾਈ ਸਾਹਿਬ ਨੂੰ, ਮਿੰਟੂ ਜੀ, ਇਹ ਤੁਸੀਂ ਇਹ ਨਹੀਂ ਸਮਝਦੇ ਕਿ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ ਦਵਾਈ ਗਈ ਆ ਇੱਕ। ਚਲੋ ਫਿਰ ਤੁਸੀਂ ਉੱਥੇ ਹੀ ਪੁਆਇੰਟ ਤੇ ਆ ਗਏ, ਅਸੀਂ ਉਹ ਗੱਲ ਕਰ ਲਈ, ਫੇਰ ਤੁਸੀਂ ਉਸੇ ਗੱਲ ਤੇ ਆ ਗਏ। ਸਾਨੂੰ ਤੁਸੀਂ ਸੁਝਾਅ ਦਿੰਦੇ ਫੇਰ ਵੇਸਟ ਆਫ ਟਾਈਮ। ਹਾਂਜੀ, ਮੈਂ ਸੰਖੇਪ ਚ ਇੱਕ ਜਵਾਬ ਦੇ ਦਿੰਦਾ ਸਰ ਕਿ ਮੈਂ ਇੱਥੇ ਗੱਲ ਕਹੀ ਸੀਗੀ ਕਿ ਏਦਾਂ ਲੱਗਦਾ ਜਿੱਦਾਂ ਸਕ੍ਰਿਪਟ ਪੜ੍ਹ ਕੇ ਬੋਲੇ ਜਾਂਦੇ ਆ ਨਾ, ਡਾਇਲੌਗ ਬੋਲੇ ਜਾਂਦੇ ਆ, ਉਦਾਂ ਅੱਜ ਕੱਲ ਹਿਸਟਰੀ ਵੀ ਬੋਲੀ ਜਾਣ ਲੱਗ ਪਈ ਆ। ਮੈਂ ਪਹਿਲਾਂ ਹੀ ਕਿਹਾ ਮੈਨੂੰ ਸ਼ੱਕ, ਕਿਉਂਕਿ ਇਹਦੇ ਤੇ ਗੱਲ ਕਰਨੀ ਬਣਦੀ ਜੇ ਤੁਸੀਂ ਇਹ ਕਹੋ ਕਿ ਇਹਦੇ ਤੇ ਗੱਲ ਕਰਨੀ ਨਹੀਂ ਬਣਦੀ, ਮੇਰੇ ਖਿਆਲ ਦੇ ਨਾਲ ਫਿਰ ਅਸੀਂ ਵੀ ਉਸੇ ਹੀ ਗਰੁੱਪ ਚ ਵੜ ਗਏ। ਬਿਲਕੁਲ। ਚਲੋ ਮਿੰਟੂ ਜੀ ਕਿ ਆਹ ਫੈਕਟ ਦੀ ਗੱਲ ਨਾ ਕਰੋ, ਆ ਜਿਹੜੀ ਇਤਿਹਾਸ ਦਿੱਤਾ ਜਾ ਰਿਹਾ ਹੈ ਔਰ ਜਿਹੜਾ ਤੋੜ ਮਰੋੜ ਕੇ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ, ਇਹਨੂੰ ਮੰਨਣ ਲੱਗ ਜਾਓ। ਗੌਰ ਸੇ ਤੁਹਾਡਾ ਹੀਰੋ ਹੋਏਗਾ, ਸਾਵਰਕਰ ਤੁਹਾਡਾ ਆਈਡੀਅਲ ਹੋਏਗਾ, ਫਰੀਡਮ ਫਾਈਟਰ ਹੋਏਗਾ, ਉਹ ਚੀਜ਼ਾਂ ਮੰਨ ਲਓ। ਅਫੀਮ ਦੀ ਖੇਤੀ ਦੀ ਮੰਗ ਚੋਂ ਸੁਖਬੀਰ ਬਾਦਲ ਵੀ ਕੁੱਦੇ ਨੇ, ਹੈਗਾ ਸਮਾਂ? ਤੁਹਾਡੀ ਅਪਾਇੰਟਮੈਂਟ ਸੀ, ਤੁਸੀਂ ਜਾਣਾ ਕਿ ਮਤਲਬ? ਹਾਂਜੀ, ਚਲੋ ਕੱਲ ਨੂੰ ਕਰ ਲਾਂਗੇ, ਕੁਝ ਨਹੀਂ। ਹਾਂ, ਮੈਂ 10 ਵਜੇ ਪਹੁੰਚਦਾ ਜੀ। ਚਲੋ ਖਿਮਤ ਜਾਚਕਾ ਮਿੰਟੂ ਉਹਨਾਂ ਦੀ ਇਸੇ ਕਰਕੇ ਅਸੀਂ ਥੋੜਾ ਜਿਹਾ ਅਰਲੀ ਵੀ ਲਿਆਂਦਾ ਸੀ, ਇਹਨਾਂ ਨੇ ਜਾਣਾ ਕਿਤੇ। ਓਕੇ, ਥੈਂਕ ਯੂ ਵੈਰੀ ਮਚ, ਸੋ ਨਾਈਸ। ਠੀਕ ਹੈ ਜੀ, ਖਿਮਤ ਜਾਚਕਾ ਜੀ, ਕੱਲ ਕੋਈ ਬਾਤ ਘੱਟ ਹੋ ਗਈ ਹੋਵੇ, ਕੋਈ ਗਲਤੀ ਹੋ, ਮਿਹਰਬਾਨੀ ਮਾਫੀ ਜੀ, ਕੱਲ ਮਿਲ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।